सत श्री अकाल। जस्ट टीवी वेखण वाले साडे सारे दर्शकों का मैं जसमीत कौर इस्तेमाल करती हाँ लैके हाजिर हाँ जी खास प्रोग्राम अज का मुद्दा। अज असी गल करांगे एक अजिहे विषय ते एक अजिहे टॉपिक ते जिसनूं लैके SGPC ते स्पैशल इन्वेस्टिगेशन टीम आमो सामने। तो सब तो पहला ग्राफिक्स के जरिए समझ लैने आ कि मुद्दा है की है। ਅੱਜ ਦਾ ਮੁੱਦਾ ਜੀ ਸਰੂਪ ਜਾਂਚ ਤੇ ਇਤਰਾਜ਼ ਦੇ ਨਾਲ ਜੁੜਿਆ ਹੋਇਆ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਦੇ ਗਹਿਮਾ-ਗਹਿਮੀ ਬਣੀ ਹੋਈ ਹੈ। ਸੈਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਤੇ ਰਿਕਾਰਡ ਨਾ ਦੇਣ ਦੇ ਇਲਜ਼ਾਮ ਲਗਾਏ ਗਏ। ਸ਼੍ਰੋਮਣੀ ਕਮੇਟੀ ਰਿਕਾਰਡ ਨਹੀਂ ਦੇ ਰਹੀ ਹੈ ਤਾਂ ਨਿੱਜੀ ਮਾਮਲਿਆਂ 'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ। SGPC ਦਾ ਕਹਿਣਾ ਹੈ ਸ਼੍ਰੋਮਣੀ ਕਮੇਟੀ ਨੇ ਜਾਂਚ ਦੇ ਵਿੱਚ ਸਹਿਯੋਗ ਨਹੀਂ ਕੀਤਾ। ਸਿੱਟ ਦੇ ਵੱਲੋਂ ਅਜਿਹਾ ਆਖਿਆ ਗਿਆ ਹੈ। एक पासे सिट कहती है कि सानू जांच में सहयोग नहीं कर रहे तो दूजे पासे SGPC कहती है कि अंदरूनी मामले च दखलअंदाजी कर रही है। सिट असीं बर्दाश्त नहीं करांगे। गैर जरूरी सवाल जवाब कर रही है सिट। SGPC ने आख्या SGPC के अंदरूनी कामां दे विच दखल दिता जा रहा है। हरजिंदर सिंह धामी दे वल्लों आख्या गया। श्रोमणी कमेटी के चंडीगढ़ स्थित दफ्तर दे विच जांच टीम पुजी। मामले च पहलां ही 16 मुलजम नामजद किए जा चुके ने ते एक दी गिरफ्तारी सतिंदर सिंह कोहली की गिरफ्तारी हो चुकी है। हुण इस नूं लैके की हो सकता है ते की नहीं हो सकता, कौन सही है कौन गलत है, दर्शकों नूं साडिਆਂ नूं की लगता है कि वाकया ही SGPC सहयोग नहीं कर रही जां फिर सरकार गुरुद्वारा कमेटी ते कब्जा करना चाहती है जांच टीम दे थ्रू। तुहानूं सब नूं लैके की लगता है? दरअसल 328 पावन सरੂਪਾਂ ਦਾ मसला है। उस मसले ते जिहड़ी जांच है चलनी सी। 328 ਸਰੂਪਾਂ ਦੇ मामले च कई दोषी सी। जो भी दोषी सी उन्हां खिलाफ श्री अकाल तख्त साहिब दी जांच रिपोर्ट कमेटी ने कार्रवाई पूरी कर ली। जिहा SGPC दे वल्लों आख्या गया सी ਅਤੇ सिख संस्था दे वल्लों लिया गया फैसला आखिरी फैसला है। कमेटी दे वल्लों ਇਹ ਵੀ ਦੱਸਿਆ ਗਿਆ ਸੀ ਕਿ ਇਸ ਮਾਮਲੇ ਦੇ ਵਿੱਚ SGPC ਨੇ ਤਿੰਨਾਂ ਸਾਬਕਾ ਕਰਮਚਾਰੀਆਂ ਦੀ ਸ਼ਮੂਲੀਅਤ ਪਾਈ ਸੀ ਤੇ ਉਹਨਾਂ ਦੇ ਨਾਮ ਸੀਗੇ ਕਮਲਜੀਤ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ, ਜਿਨ੍ਹਾਂ ਤੇ ਪਾਵਨ ਸਰੂਪਾਂ ਦੀ ਭੇਟਾਂ ਨਿੱਜੀ ਹਿੱਤਾਂ ਲਈ ਵਰਤਨ ਤਹਿਤ ਰਿਕਾਰਡ ਦੇ ਵਿੱਚ ਹੇਰਾਫੇਰੀ ਕੀਤੀ ਸੀ ਤੇ SGPC ਦੇ ਪੂਰੇ ਪ੍ਰਬੰਧਾਂ ਨੂੰ ਇਹਨਾਂ ਨੇ ਬਦਨਾਮ ਕੀਤਾ ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਗਈ ਹੈ। SGPC ਮੁਤਾਬਕ ਸ਼ਰਧਾਲੂ ਜਾਂ ਹੋਰ ਗੁਰਦੁਆਰਾ ਕਮੇਟੀਆਂ ਪਾਵਨ ਸਰੂਪ ਦੀ ਮੰਗ ਕਰਦੀਆਂ ਨੇ ਤਾਂ ਕਮੇਟੀ ਮੈਂਬਰ ਦੀ ਸਿਫਾਰਿਸ਼ ਤੋਂ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਦੇ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸਰੂਪ ਦਿੰਦੇ ਹੋਏ ਭੇਟਾ जमा की जाती है ਅਤੇ ਇਸ ਦੀ ਰਸੀਦ ਕੱਟ ਦਿੱਤੀ ਜਾਂਦੀ ਹੈ। ਇਸ ਦਾ ਰਿਕਾਰਡ ਦਰਜ ਕਰ ਲਿਆ ਜਾਂਦਾ ਹੈ। ਸਕੱਤਰ ਦੇ ਮੁਤਾਬਕ ਪਬਲਿਕੇਸ਼ਨ ਡਿਪਾਰਟਮੈਂਟ ਵਿੱਚ ਤੈਨਾਤ ਸਾਬਕਾ ਕਰਮਚਾਰੀ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਉਹਨਾਂ ਨੂੰ ਸਿੱਧੇ ਤੌਰ ਤੇ ਦੋਸ਼ੀ ਪਾਇਆ ਗਿਆ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ, ਜਿਸ ਤੇ ਚੱਲਦਿਆਂ ਕੋ ਸੀਨੀਅਰਸ ਨੂੰ ਵੀ ਕਾਰਵਾਈ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ। ਦੂਜੇ ਪਾਸੇ ਜੇਕਰ ਗੱਲ ਹੁਣ ਸਿੱਟ ਦੀ ਕਰੀਏ ਤਾਂ ਸਿੱਟ ਦੇ ਵੱਲੋਂ ਕਾਰਵਾਈ ਕੀਤੀ ਗਈ। 16 ਮੁਲਜ਼ਮ ਨਾਮਜ਼ਦ ਕੀਤੇ ਗਏ ਅਤੇ ਸਤਿੰਦਰ ਸਿੰਘ ਕੋਹਲੀ ਨੂੰ गिरफ्तार ਕੀਤਾ ਗਿਆ। ਸਤਿੰਦਰ ਸਿੰਘ ਕੋਹਲੀ ਤੋਂ ਪੁੱਛਗਿੱਛ ਵੀ ਕੀਤੀ ਗਈ ਜੋ ਆਡਿਟ ਦਾ ਕੰਮ ਕਰਦਾ ਸੀ। ਸਾਰੀ ਦੇਖ ਰੇਖ SGPC ਦੀ ਉਹੀ ਕਰਦਾ ਸੀ। ਤਾਂ ਉਸ ਤੋਂ ਬਾਅਦ ਲਗਾਤਾਰ ਕੀ ਹੈ ਕਿ ਸਿੱਟ ਕਹਿ ਰਹੀ ਹੈ ਕਿ SGPC ਸਹਿਯੋਗ ਨਹੀਂ ਕਰ ਰਹੀ। ਅਸੀਂ ਜੋ ਕੁਝ ਵੀ ਪੁੱਛ ਰਹੇ ਹਾਂ SGPC ਕਹਿ ਰਹੀ ਹੈ ਕਿ ਸਾਡੇ ਤੋਂ ਗੈਰ ਵਾਜਬ ਗੈਰ ਜ਼ਰੂਰੀ ਸਵਾਲ ਪੁੱਛੇ ਜਾ ਰਹੇ ਨੇ। ਸਾਡੇ ਤੋਂ ਉਹ ਸਵਾਲ ਪੁੱਛਣ ਜਿਸ ਮਾਮਲੇ ਨਾਲ ਸੰਬੰਧਿਤ ਨੇ। ਸਾਡੇ ਤੋਂ ਅੰਦਰੂਨੀ ਮਸਲਿਆਂ ਦੇ ਬਾਰੇ ਪੁੱਛਿਆ ਜਾ ਰਿਹਾ ਹੈ। ਅਸੀਂ ਆਪਣੇ ਅੰਦਰੂਨੀ ਮਸਲਿਆਂ ਦੀ ਜਾਣਕਾਰੀ ਕਿਸੇ ਵੀ ਜਾਂਚ ਕਮੇਟੀ ਨੂੰ ਨਹੀਂ ਦੇਵਾਂਗੇ। ਸਰਕਾਰ ਸਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। SGPC ਸਰਕਾਰ ਹਥਿਆਉਣਾ ਚਾਹੁੰਦੀ ਹੈ। ਇਹ ਵਾਕਿਆ ਹੀ ਤੁਹਾਨੂੰ ਕੀ ਲੱਗਦਾ ਹੈ? ਦੋ ਸਵਾਲ ਨੇ ਕਿ ਜਾਂਚ ਕਮੇਟੀ ਸਿਰਫ ਜਾਂਚ ਕਰ ਰਹੀ ਹੈ ਕਿ ਦੋਸ਼ੀ ਕੌਣ ਹੈ ਉਸ ਤੇ ਕਾਰਵਾਈ ਕੀਤੀ ਜਾ ਸਕੇ। ਦੂਸਰਾ ਸਵਾਲ ਕਿ SGPC ਕੁਝ ਲੁਕਾਉਣਾ ਚਾਹੁੰਦੀ ਹੈ। ਤੀਸਰਾ ਸਵਾਲ SGPC ਕਿਸੇ ਨੂੰ ਬਚਾਉਣਾ ਚਾਹੁੰਦੀ ਹੈ। ਚੌਥਾ ਸਵਾਲ ਕਿ ਵਾਕਿਆ ਹੀ ਸਰਕਾਰ ਗੁਰੂ ਘਰਾਂ ਦੇ ਪ੍ਰਬੰਧ ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ। ਸੱਤਵਾਂ ਸਵਾਲ ਅੱਠਵਾਂ ਸਵਾਲ ਕਿ ਸਰਕਾਰ ਗੁਰਦੁਆਰਾ ਕਮੇਟੀ ਨੂੰ ਆਪਣੇ ਅੰਡਰ ਕਰਨਾ ਚਾਹੁੰਦੀ ਹੈ, ਆਪਣੇ ਮੁਤਾਬਕ ਚਲਾਉਣਾ ਚਾਹੁੰਦੀ ਹੈ। ਔਰ 9ਵਾਂ ਸਵਾਲ ਇਹ ਹੈ ਕਿ ਗੁਰਦੁਆਰਾ ਪ੍ਰਬੰਧ ਨੇ ਜਿਹੜੇ ਐਕਟ 1925 ਦੇ ਤਹਿਤ ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ SGPC ਦਾ ਹੁੰਦਾ ਹੈ। ਪਰ ਜਿਵੇਂ ਹੀ ਪਾਵਨ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ ਲੋਕਾਂ ਨੇ ਮੰਗ ਕੀਤੀ ਗੁਰਪ੍ਰਤਾਪ ਸਿੰਘ ਵਡਾਲਾ ਹੋਣਾ ਦੇ ਵੱਲੋਂ 4 ਸਾਲ ਦੇ ਕਰੀਬ ਕੈਂਪਸ ਦੇ ਅੰਦਰ ਹੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਈ ਚਿੱਠੀਆਂ
ਸਰਕਾਰ ਦੇ ਦੱਸਣ ਮੁਤਾਬਕ, ਸੀਐਮ ਦੇ ਦੱਸਣ ਮੁਤਾਬਕ ਉਹਨਾਂ ਨੂੰ ਸਿੱਖ ਸੰਸਥਾਵਾਂ ਤੋਂ ਮਿਲੀਆਂ, ਜਿਸ ਦੇ ਚੱਲਦੇ ਉਹਨਾਂ ਨੇ ਕਾਨੂੰਨ ਬਣਾਇਆ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ। ਹੁਣ ਉਹ ਟੀਮ ਕੰਮ ਕਰ ਰਹੀ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਐਸਜੀਪੀਸੀ ਕਹਿੰਦੀ ਹੈ ਕਿ ਸਾਨੂੰ ਜਾਣਬੁੱਝ ਕੇ ਤੰਗ ਕੀਤਾ ਜਾਂਦਾ ਹੈ। ਹੁਣ ਸਿੱਟ ਕਹਿੰਦੀ ਹੈ ਕਿ ਅਸੀਂ ਪੂਰਾ ਮਸਲਾ ਹੈ ਜਿਹੜਾ ਕੋਰਟ ਦੇ ਕੋਲ ਰੱਖਾਂਗੇ ਜੀ, ਕਿ ਸਾਨੂੰ ਸਿੱਟ ਸਹਿਯੋਗ ਨਹੀਂ ਕਰ ਰਹੀ। ਕਿ ਵਾਕਈ ਤੁਹਾਨੂੰ ਲੱਗਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਜਾਂ ਪੂਰੀ ਦਾਲ ਹੀ ਕਾਲੀ? ਤੁਹਾਨੂੰ ਇਸ ਨੂੰ ਲੈ ਕੇ ਕੀ ਲੱਗਦਾ ਹੈ? ਪਾਵਨ ਸਰੂਪਾਂ ਦਾ ਮਾਮਲਾ ਹੈ ਕਿ ਵਾਕਿਆ ਹੀ ਪਾਵਨ ਸਰੂਪਾਂ ਨੂੰ ਲੈ ਕੇ, ਜਿਹੜੇ ਪਾਵਨ ਸਰੂਪ ਜਿਹੜੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਗਾਇਬ ਨੇ, ਐਸਜੀਪੀਸੀ ਨੇ ਕਿਹਾ ਹੈ ਕਿ ਉਹ ਗਾਇਬ ਨਹੀਂ ਹਨ। ਪਾਵਨ ਸਰੂਪ ਕਿੱਥੇ ਹਨ ਸਾਨੂੰ ਪਤਾ ਹੈ, ਸਿਰਫ ਮਾਇਆ ਦੀ ਭੇਟਾ ਤੇ ਜਿਹੜਾ ਹੈ ਰੌਲਾ ਪਿਆ ਹੋਇਆ ਹੈ। ਮਾਇਆ ਦੀ ਭੇਟਾ ਹੈ ਜਿਹੜੀ, ਉਹ ਤਿੰਨ ਮੁਲਾਜ਼ਮਾਂ ਦੇ ਵੱਲੋਂ ਇੱਧਰ ਉੱਧਰ ਕੀਤੀ ਗਈ ਸੀ, ਆਪਣੇ ਨਿੱਜੀ ਮੁਫਾਦਾਂ ਦੇ ਕਾਰਨ ਉਸਨੂੰ ਵਰਤਿਆ ਗਿਆ ਅਤੇ ਉਹਨਾਂ ਮੁਲਾਜ਼ਮਾਂ ਤੇ ਕਾਰਵਾਈ ਵੀ ਐਸਜੀਪੀਸੀ ਨੇ ਕੀਤੀ। ਹੁਣ ਇਸ ਸਭ ਦੇ ਵਿੱਚ ਸਾਡੇ ਸਵਾਲ ਨੇ, ਜਿਹੜੇ ਸਾਡਾ ਪ੍ਰੋਗਰਾਮ ਲਾਈਵ ਹੈ, ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਹਾਨੂੰ ਇਸ ਸਭ ਬਾਬਤ ਕੀ ਲੱਗਦਾ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਬੀਤੇ ਦਿਨੀ ਦੋ ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ, ਇੱਕ ਐਸਜੀਪੀਸੀ ਦੇ ਵੱਲੋਂ ਹੁੰਦੀ ਹੈ ਤੇ ਦੂਸਰੀ ਹੁੰਦੀ ਹੈ ਜੀ ਸਿੱਟ ਕਮੇਟੀ ਦੇ ਵੱਲੋਂ। ਐਸਜੀਪੀਸੀ ਆਪਣਾ ਦੁੱਖ ਰਲਾਉਂਦੀ ਹੈ ਕਿ ਜੀ ਸਾਡੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕਰ ਰਹੇ ਨੇ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਅੰਦਰੂਨੀ ਜਾਣਕਾਰੀ ਕਿਸੇ ਨੂੰ ਵੀ ਨਹੀਂ ਦੇਵਾਂਗੇ, ਆਪਣੇ ਅੰਦਰ ਦੇ ਕੰਮ ਦੀਆਂ ਫਾਈਲਾਂ ਅਸੀਂ ਸਿੱਟ ਨੂੰ ਨਹੀਂ ਦੇ ਸਕਦੇ। ਤਾਂ ਦੂਜੇ ਪਾਸੇ ਸਿੱਟ ਕਹਿੰਦੀ ਹੈ ਜੀ ਸਾਨੂੰ ਸਹਿਯੋਗ ਹੀ ਨਹੀਂ ਦੇ ਰਹੀ, ਅਸੀਂ ਅਸਲ ਮੁਲਜ਼ਮ ਕਿਵੇਂ ਫੜੀਏ? ਜੇਕਰ ਸਾਨੂੰ ਐਸਜੀਪੀਸੀ ਸਹਿਯੋਗ ਦੇਗੀ ਤਾਂ ਹੀ ਅਸੀਂ ਅਸਲ ਮੁਲਜ਼ਮਾਂ ਨੂੰ ਫੜਾਂਗੇ। ਤੇ ਇੱਥੇ ਸਵਾਲ ਇਹ ਹੈ ਕਿ ਐਸਜੀਪੀਸੀ ਵਾਕਿਆ ਹੀ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐਸਜੀਪੀਸੀ ਨੂੰ ਪਤਾ ਸੀ ਕਿ ਸਭ ਦੇ ਵਿੱਚ ਹੇਰਾਫੇਰੀ ਹੋ ਰਹੀ, ਕਿ ਐਸਜੀਪੀਸੀ ਇਹ ਸਭ ਕੁਝ ਲੁਕੋ ਰਹੀ ਹੈ। ਇਸ ਦੇ ਨਾਲ ਐਸਜੀਪੀਸੀ ਦਾ ਅਕਸ ਤਮਾਮ ਦੁਨੀਆ ਦੇ ਵਿੱਚ ਵਾਸਤੇ ਸਿੱਖਾਂ ਦੇ ਵਿੱਚ ਖਰਾਬ ਨਹੀਂ ਹੋਏਗਾ, ਕਿ ਸਿੱਖ ਕੌਮ ਦਾ ਅਕਸ ਖਰਾਬ ਨਹੀਂ ਹੋਏਗਾ, ਛਵੀ ਖਰਾਬ ਨਹੀਂ ਹੋਏਗੀ। ਜੇਕਰ ਐਸਜੀਪੀਸੀ ਸਹੀ ਕਹਿ ਰਹੀ ਹੈ ਤਾਂ ਫਿਰ ਸਰਕਾਰ ਕਿਉਂ ਜ਼ਬਰਦਸਤੀ ਕਰ ਰਹੀ ਹੈ? ਜਦੋਂ ਗੁਰਦੁਆਰਾ ਪ੍ਰਬੰਧਾਂ ਦਾ ਕੰਮ ਹੀ ਐਸਜੀਪੀਸੀ ਦੇ ਕੋਲ ਹੈ ਤਾਂ ਫਿਰ ਸਰਕਾਰ ਨੂੰ ਕੀ ਲੋੜ ਪਈ ਹੈ ਉਹਨਾਂ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨ? ਹਾਂ, ਰੌਲਾ ਬਹੁਤ ਪਾਇਆ ਪਹਿਲਾਂ 328 ਪਾਵਨ ਸਰੂਪਾਂ ਨੂੰ ਲੈ ਕੇ। ਬਰਨਾਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ, ਬਾਅਦ ਵਿੱਚ ਮੁੱਦਾ ਸ਼ਾਂਤ ਹੋ ਗਿਆ। वही प्रधान साहब पहला कहते थे कि जी ਸਰੂਪ ਗਾਇਬ ਨਹੀਂ, ਬਾਅਦ ਹੋਈ प्रधान साहब ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਸੀ ਕਿ ਜੀ ਸਰੂਪ ਤਾਂ ਹੈਗੇ ਨੇ, ਪਰ ਭੇਟਾ ਦੇ ਵਿੱਚ ਹੇਰਾਫੇਰੀ ਹੋਈ ਹੈ। ਅਸੀਂ ਤਿੰਨੋਂ ਮੁਲਜ਼ਮ ਤੇ ਕਾਰਵਾਈ ਕੀਤੀ। ਕਾਰਵਾਈ ਕੀ ਕੀਤੀ ਹੈ ਕਿ ਵਾਕਿਆ ਹੀ ਉਹ ਸਿਰਫ ਤਿੰਨ ਹੀ ਮੁਲਜ਼ਮ ਸੀ? ਕਿੰਨੀ ਦੇਰ ਤੋਂ ਚੱਲਿਆ ਆ ਰਿਹਾ ਸੀ? ਇਹ ਵੀ ਤੇ ਦੱਸੋ ਸਿੱਖਾਂ ਨੂੰ, ਇਹ ਵੀ ਦੱਸੋ ਸੰਗਤ ਨੂੰ। ਸੰਗਤ ਬਹੁਤ ਵਿਸ਼ਵਾਸ ਕਰਦੀ ਹੈ, ਸ਼ਰਧਾ ਦੇ ਨਾਲ ਆਉਂਦੀ ਹੈ, ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਹੀ ਲੁੱਟ ਕਰ ਰਹੇ ਹੋ, ਸੁੱਟ ਕਰ ਰਹੇ ਹੋ। ਸੰਗਤ ਨੂੰ ਕੀ ਜਵਾਬ ਦਿਓ ਤੁਸੀਂ? ਤੁਹਾਡੇ ਮੁਤਾਬਕ ਕੀ ਵਾਕਿਆ ਹੀ ਅਸਲ ਦੋਸ਼ੀ ਕੋਈ ਹੋਰ ਹੈ, ਅਸਲ ਮੁਲਜ਼ਮ ਕੋਈ ਹੋਰ ਹੈ ਜਿਸਨੂੰ ਐਸਜੀਪੀਸੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਸਾਰੇ ਹੀ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਆਪਸ ਦੇ ਵਿੱਚ ਇੱਕ ਦੂਜੇ ਨੂੰ ਬਚਾ ਰਹੇ ਨੇ, ਜਾਂ ਫਿਰ ਸੱਟ ਜਾਣ ਬੁੱਝ ਕੇ ਬਦਖੋਈਆਂ ਕਰ ਰਹੀ ਹੈ ਗੁਰਦੁਆਰਾ ਕਮੇਟੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ? ਇਹ ਸਾਡੇ ਵਾਸਤੇ ਦੋ ਸਵਾਲ ਨੇ ਜਿਹੜੇ ਮੁੱਖ ਨੇ। ਤੁਹਾਨੂੰ ਇਹਨਾਂ ਦੋਹਾਂ ਦੇ ਵਿੱਚੋਂ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਲੱਗਦਾ ਹੈ? ਕਿ ਸੱਟ ਜੋ ਪੁੱਛਦੀ ਹੈ ਉਹ ਐਸਜੀਪੀਸੀ ਨੂੰ ਦੱਸਣਾ ਚਾਹੀਦਾ ਹੈ ਜਾਂ ਐਸਜੀਪੀਸੀ ਨੂੰ ਨਹੀਂ ਦੱਸਣਾ ਚਾਹੀਦਾ, ਇਹ ਕਹਿੰਦਿਆਂ ਹੋਇਆ, ਹਵਾਲਾ ਦਿੰਦੇ ਹੋਇਆ ਕਿ ਸਾਡਾ ਅੰਦਰੂਨੀ ਮਸਲਾ ਹੈ? ਫਿਰ ਸਵਾਲ ਇਹ ਹੈ ਕਿ ਦੋਸ਼ੀਆਂ ਦਾ ਪਤਾ ਕਿਵੇਂ ਚੱਲੇਗਾ, ਮੁਲਜ਼ਮਾਂ ਦਾ ਪਤਾ ਕਿਵੇਂ ਚੱਲੇਗਾ, ਉਹਨਾਂ ਨੂੰ ਸਲਾਖਾਂ ਪਿੱਛੇ ਕਿਵੇਂ ਪਹੁੰਚਾਇਆ ਜਾਵੇਗਾ? ਇਹ ਤਾਣੀ ਹੈ ਜਿਹੜੀ ਬੜੀ ਉਲਝ ਰਹੀ ਹੈ। ਹੁਣ ਇਹ ਤਾਣੀ ਸੁਲਝੇਗੀ ਕਿਵੇਂ? ਇਹ ਤਾਂ ਖੈਰ ਆਉਂਦਾ ਸਮਾਂ ਹੀ ਦੱਸੇਗਾ ਕਿ ਕਦੇ ਤਾਣੀ ਸੁਲਝ ਵੀ ਸਕੇਗੀ ਜਾਂ ਫਿਰ ਕਦੇ ਤਾਣੀ ਸੁਲਝੇਗੀ ਹੀ ਨਹੀਂ। ਇਸੇ ਤਰ੍ਹਾਂ ਹੀ ਰੌਲਾ ਪੈਂਦਾ ਰਹੇਗਾ, ਕਦੇ ਬੇਅਦਬੀਆਂ ਨੂੰ ਲੈ ਕੇ ਜੀ, ਕਦੇ ਬੇਅਦਬੀ ਦੇ ਕਾਨੂੰਨ ਨੂੰ ਲੈ ਕੇ, ਕਦੇ 328 ਪਾਵਨ ਸਰੂਪਾਂ ਨੂੰ ਲੈ ਕੇ, ਔਰ ਸੰਗਤ ਇਹਨਾਂ ਦੇ ਵਿੱਚ ਹੀ ਉਲਝੀ ਰਹੇਗੀ। ਅਗਲਾ ਵਿਕਾਸ ਕਦੋਂ ਹੋਏਗਾ? ਅਗਲੀ ਜਨਰੇਸ਼ਨ ਨੂੰ ਅਸੀਂ ਕੀ ਸਿਖਾਵਾਂਗੇ ਕਿ ਸਾਡੇ ਸਿੱਖ ਆਗੂ, ਸਿੱਖ ਨੁਮਾਇੰਦੇ ਐਸੇ ਲਈ ਹੀ ਲੜੀ ਜਾਂਦੇ ਰਹਿੰਦੇ ਨੇ, ਉਹਨਾਂ ਤੋਂ ਕਿਸੇ ਗੱਲ ਦਾ ਸੋਲੂਸ਼ਨ ਹੁੰਦਾ ਹੀ ਨਹੀਂ ਆ, ਜਾਂ ਫਿਰ ਜਾਣਬੁੱਝ ਕੇ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੀ ਦੱਬ ਲੋ ਗੁਰੂ ਘਰ? ਇਹ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਰੇ, ਜਿਵੇਂ ਐਸਜੀਪੀਸੀ ਕਹਿੰਦੀ ਹੈ ਕਿ ਵਾਕਿਆ ਹੀ ਸੈਟ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦੀ? ਇਹ ਸਾਡਾ ਸਵਾਲ ਹੈ। ਤਾਂ ਤੁਹਾਨੂੰ ਇਸ ਸਭ ਨੂੰ ਲੈ ਕੇ ਕੀ ਸੋਚ ਆਈ, ਕੀ ਵਿਚਾਰ ਆਇਆ,
ਤੁਹਾਡੇ ਮੁਤਾਬਕ ਕੀ ਹੈ, ਤੁਸੀਂ ਜ਼ਰੂਰ ਦੱਸਿਆ ਕਰੋ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਲੈਂਦੇ ਹਾਂ, ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਸਾਡਾ ਪ੍ਰੋਗਰਾਮ ਲਾਈਵ ਹੈ ਤੇ ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਤਾਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਪਾਵਨ ਸਰੂਪਾਂ ਦੇ ਮਾਮਲੇ ਤੇ ਐਸਜੀਪੀਸੀ ਅਤੇ ਸਿੱਟ ਆਮੋ ਸਾਹਮਣੇ ਅਸੀਂ ਆਪਣੇ ਸਵਾਲ ਫਿਰ ਤੋਂ ਦੁਹਰਾਉਣੇ ਆ। ਹੁਣ ਇੱਕ ਜਾਣਾ ਕਹਿ ਰਿਹਾ ਜੀ ਦੂਜਾ ਗਲਤ ਹੈ ਤੇ ਦੂਜਾ ਕਹਿ ਰਿਹਾ ਜੀ ਦੂਜਾ ਗਲਤ ਹੈ। ਇਸ ਪੂਰੇ ਮਾਮਲੇ ਦੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ? ਕਿ ਸੰਗਤ ਇਸੇ ਦੇ ਵਿੱਚ ਫਸ ਕੇ ਰਹਿ ਜਾਏਗੀ? ਕਦੇ ਅਸਲ ਦੋਸ਼ੀਆਂ ਤੱਕ ਪੁਲਿਸ ਦੇ ਕਾਨੂੰਨ ਦੇ ਹੱਥ ਪਹੁੰਚੇਗੀ, ਉਹਨਾਂ ਤੇ ਕਾਰਵਾਈ ਵੀ ਹੋਏਗੀ? ਕਿ ਕਦੇ ਪਤਾ ਵੀ ਚੱਲੇਗਾ ਕਿ ਉਹ ਮਾਇਆ ਕਿੱਧਰ ਗਈ? ਜੇ ਐਸਜੀਪੀਸੀ ਕਹਿੰਦੇ ਕਿ ਸਿਰਫ ਮਾਇਆ ਦਾ ਰੋਲਾ ਹੈ, ਸਰੂਪਾਂ ਦਾ ਰੋਲਾ ਹੀ ਨਹੀਂ, ਤਾਂ ਮਾਇਆ ਗਈ ਕਿੱਧਰ? ਕੀ ਕਦੇ ਉਹਨਾਂ ਤੇ ਕਾਰਵਾਈ ਹੋਵੇਗੀ? ਇੱਕ ਦੋ ਸਰੂਪ ਨਹੀਂ ਹਨ, 328 ਪਾਵਨ ਸਰੂਪ। ਤਾਂ ਹੁਣ ਸਾਡੇ ਦਰਸ਼ਕਾਂ ਨੂੰ ਕੀ ਲੱਗਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਐਸਜੀਪੀਸੀ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਜਾਂ ਫਿਰ ਸਿੱਟ ਜੋ ਕਰ ਰਹੀ ਹੈ ਉਹ ਕਾਰਵਾਈ ਸਹੀ ਕਰ ਰਹੀ ਹੈ? ਇਹ ਸਾਡੇ ਅੱਜ ਦੀ ਸਵਾਲ। ਕਦੇ ਇਹ ਕਿਹਾ ਜਾਂਦਾ ਹੈ ਕਿ ਸਿੱਟ ਦੇ ਜੋ ਮੈਂਬਰ ਨੇ ਉਹ ਪੂਰਨ ਗੁਰਸਿੱਖ ਨਹੀਂ ਹਨ, ਉਹਨਾਂ ਨੂੰ ਮਰਿਆਦਾ ਦਾ ਕੀ ਪਤਾ ਹੈ। ਕਦੇ ਕਿਹਾ ਜਾਂਦਾ ਹੈ ਜੀ ਕਿ ਸਾਡੇ ਅੰਦਰੂਨੀ ਕੰਮਾਂ ਦੇ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ, ਅਸੀਂ ਅੰਦਰੂਨੀ ਕੰਮਾਂ ਦੀ ਜਾਣਕਾਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨਹੀਂ ਦੇ ਸਕਦੇ। ਬੀਤੇ ਕੱਲ ਵੀ ਸਿੱਟ ਹੈ ਜਿਹੜੀ ਐਸਜੀਪੀਸੀ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਗਈ, ਪਰ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਕੋਈ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ, ਜਿਸ ਦੇ ਵਿੱਚ ਕਿਹਾ ਕਿ ਅਸੀਂ ਕੋਰਟ ਦੇ ਅੰਦਰ ਇਹ ਸਾਰੇ ਮਸਲੇ ਰੱਖਾਂਗੇ ਕਿ ਸਾਨੂੰ ਐਸਜੀਪੀਸੀ ਸਹੀ ਵੋਟ ਨਹੀਂ। ਤਾਂ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਐਸਜੀਪੀਸੀ ਆਪਣੇ ਆਪ ਨੂੰ ਸਹੀ ਕਹਿ ਰਹੀ ਹੈ, ਸਿੱਟ ਆਪਣੇ ਆਪ ਨੂੰ ਸਹੀ ਕਹਿ ਰਹੀ ਹੈ। ਤੁਹਾਡੇ ਮੁਤਾਬਕ ਦੋਹਾਂ ਦੇ ਵਿੱਚੋਂ ਸਹੀ ਕਿਹੜਾ ਹੈ? ਤੁਹਾਡੇ ਮੁਤਾਬਕ ਦੋਹਾਂ ਦੇ ਵਿੱਚੋਂ ਗਲਤ ਕਿਹੜਾ ਹੈ? ਤੁਹਾਡੇ ਮੁਤਾਬਕ ਕੀ ਐਸਜੀਪੀਸੀ ਸਹੀ ਕਰ ਰਹੀ ਹੈ? ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਅੰਦਰੂਨੀ ਮਸਲਿਆਂ ਦੀ ਜਾਣਕਾਰੀ ਦੇ, ਸਾਡੇ ਤੋਂ ਗੈਰ ਜ਼ਰੂਰੀ ਸਵਾਲ ਪੁੱਛ ਰਹੀ ਹੈ, ਅਸੀਂ ਇਸਦਾ ਜਵਾਬ ਦੇ। ਸਾਡੇ ਤੇ ਜੋ ਮਾਮਲੇ ਨਾਲ ਸੰਬੰਧਿਤ ਸਵਾਲ ਨੇ ਉਹ ਕਰ ਲਓ, ਅਸੀਂ ਜਵਾਬ ਦਿੱਤਾ ਹੈ, ਅੱਗੇ ਵੀ ਦੇਵਾਂਗੇ। ਅਸੀਂ ਭਾਈਆਂ ਵਾਂਗ ਸਹਿਯੋਗ ਕਰਾਂਗੇ। ਦੂਜੇ ਪਾਸੇ ਸਿੱਟ ਕਹਿੰਦੀ ਹੈ ਕਿ ਸਾਨੂੰ ਐਸਜੀਪੀਸੀ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਸਰਕਾਰ ਆਪਣੇ ਅੰਡਰ ਕਰਨਾ ਚਾਹੁੰਦੀ ਹੈ, ਇਸ ਲਈ ਚਾਲ ਚੱਲੀ ਜਾ ਰਹੀ। ਦੂਜੇ ਪਾਸੇ ਸਿੱਟ ਕਹਿੰਦੀ ਹੈ ਕਿ ਅਸੀਂ ਸਿਰਫ ਆਪਣੀ ਕਾਰਵਾਈ। ਤੀਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਸਾਨੂੰ ਜੀ ਇੰਨੇ ਸਿੱਖ ਜਥੇਬੰਦੀਆਂ ਦੇ ਇੰਨੇ ਸਿੱਖਾਂ ਦੀਆਂ ਚਿੱਠੀਆਂ ਆਈਆਂ, ਜਿਸ ਤੋਂ ਬਾਅਦ ਅਸੀਂ ਕਾਰਵਾਈ ਕਰਨੀ ਲਾਜ਼ਮੀ ਸਮਝੀ, ਅਦਰਵਾਈਜ਼ ਅਸੀਂ ਇਸ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਕੀਤੀ, ਪਰ ਸਾਨੂੰ ਇਹ ਕਰਨੀ ਪਈ ਕਿਉਂਕਿ ਸੰਗਤ ਜਾਣਨਾ ਚਾਹੁੰਦੀ ਹੈ ਕਿ ਦੋਖੀ ਕੌਣ ਹੈ ਜਿਹੜਾ ਸਾਰੀ ਭੇਟਾ ਖਾ ਗਿਆ। ਐਸਜੀਪੀਸੀ ਨੇ ਉਸ ਤੇ ਕਾਰਵਾਈ ਕਿਉਂ ਨਹੀਂ? ਅਸੀਂ ਕਾਰਵਾਈ ਕਰਾਂਗੇ, ਅਸੀਂ ਪਿੱਛੇ ਨਹੀਂ ਹਟਦੇ ਤੇ ਐਸਜੀਪੀਸੀ ਨੂੰ ਸਹਿਯੋਗ ਕਰਨਾ। ਹੁਣ ਜੇਕਰ ਗੱਲ ਫਿਰ ਵੀ ਕਾਨੂੰਨ ਦੀ ਕਰੀਏ ਤਾਂ ਉਸ ਤੇ ਵੀ ਇਹੀ ਤਲਵਾਰ ਲਟਕੀ ਹੋਈ ਹੈ। ਐਸਜੀਪੀਸੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਕੁਝ ਮਤਾਂ ਤੇ ਅੜੇ ਹੋਏ ਨੇ ਕਿ ਮਤਾਂ ਚੇਂਜ ਕਰ ਦੇ। ਕਿ ਸਰਕਾਰ ਕਹਿੰਦੀ ਹੈ, ਸਾਡੇ ਸੀਐਮ ਸਾਹਿਬ ਕਹਿੰਦੇ ਨੇ ਜੀ ਅਸੀਂ ਤਾਂ ਚੇਂਜ ਕਰਨੀ ਹੀ ਨਹੀਂ, ਇਹ ਕਾਨੂੰਨ ਤਾਂ ਏਦਾਂ ਹੀ ਚੱਲੂ ਜਿਵੇਂ ਬਣ ਗਿਆ, ਅਸੀਂ ਨਹੀਂ ਕਰਨਾ। ਇਹ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਸਰਕਾਰ ਤੇ ਐਸਜੀਪੀਸੀ ਆਪਸ ਦੇ ਵਿੱਚ ਉਲਝੀਆਂ ਹੋਈਆਂ ਨੇ। ਦਰਅਸਲ ਜਦੋਂ ਤੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਦ ਤੋਂ ਹੀ ਐਸਜੀਪੀਸੀ ਅਤੇ ਸਰਕਾਰ ਦਾ 36 ਦਾ ਅੰਕੜਾ ਹੈ। ਕਦੇ ਕਿਸ ਗੱਲ ਨੂੰ ਲੈ ਕੇ, ਕਦੇ ਕਿਸ ਗੱਲ ਨੂੰ ਲੈ ਕੇ, ਕਦੇ ਕਿਸ ਤਰ੍ਹਾਂ ਦੇ ਇਲਜ਼ਾਮ। ਐਸਜੀਪੀਸੀ ਪਾਤਰਾਂ ਦੇ ਪ੍ਰੈਸ਼ਰ ਹੇਠ ਕੰਮ ਕਰ ਰਹੀ ਹੈ। ਇਹ ਤੁਸੀਂ ਦੱਸ ਸਕਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਐਸਜੀਪੀਸੀ ਪਾਤਰਾਂ ਦੇ ਪ੍ਰੈਸ਼ਰ ਹੇਠ ਹੈ? ਕਦੇ ਐਸਜੀਪੀਸੀ ਕਹਿੰਦੀ ਹੈ ਕਿ ਜੀ ਸਰਕਾਰ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਹਨਾਂ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਦੇ ਕੋਲ ਤਾਂ ਤਰੀਕੇ ਦੇ ਨਾਲ ਉਹ ਦੱਸ ਸਕਦੇ ਨੇ, ਉਹ ਦਰਸ਼ਕ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ। ਕਿਉਂਕਿ ਜਦੋਂ 328 ਪਾਵਨ ਸਰੂਪਾਂ ਦਾ ਮਾਮਲਾ ਹੋਵੇ ਅਤੇ ਕੋਈ ਮਾਇਆ ਖਾ ਜਾਵੇ ਤੇ ਇਹ ਗੱਲ ਸਾਡਾ ਹਿਰਦਾ ਵੱਲ ਅੰਦਰ ਜਾਂਦੀ ਹੈ। ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਕਿ ਕੋਈ ਗੁਰੂ ਘਰ ਨੂੰ ਵੀ ਨਹੀਂ ਛੱਡ ਰਿਹਾ, ਜਿੱਥੇ ਸੰਗਤ ਦੀ ਸ਼ਰਧਾ ਹੈ, ਆਸਥਾ ਹੈ, ਅਟੁੱਟ ਵਿਸ਼ਵਾਸ ਹੈ,
कम से कम तुसी उत्थे तो छड्ड दिओ, उस नूं निशाना ਤਾਂ ना बनाओ जिस गुरु की शरण ਦੇ ਵਿੱਚ बैठे, उस नूं ही निशाना बना के उत्थे ही लुੱਟ कर लो। आखिरकार ये कद तक चले? कदे इंसाफ मिलेगा भी ਜਾਂ ਫਿਰ ਕਦੇ इंसाफ नहीं मिलेगा। कि वाकया ही नामुमकिन लगदियां ਇਹ ਚੀਜ਼ਾਂ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਹੋਵੇ, ਆਪਸ ਦੇ ਵਿੱਚ ਦਾਣਾ ਬਾਣਾ ਹੀ ਉਲਝਿਆ ਪਿਆ, ਤਾਂ ਕਿਸ ਤਰ੍ਹਾਂ ਇਨਸਾਫ ਦੀ ਉਮੀਦ ਹੈ ਜਿਹੜੀ ਉਹ ਇਨਸਾਫ ਦੀ ਉਮੀਦ ਕਰ ਹੀ ਨਹੀਂ ਸਕਦੀ। ਔਰ ਕਿਸ ਤਰ੍ਹਾਂ ਦੇ ਨਾਲ ਇਨਸਾਫ ਦੀ ਆਸ ਬਚੇਗੀ, ਕਿਵੇਂ ਇਨਸਾਫ ਹੈ ਜਿਹੜਾ ਕੀਤਾ ਜਾਏਗਾ। ਤਾਂ ਹੁਣ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਆਪਣੀ ਰਾਏ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਕੁਝ ਗਲਤ ਨਹੀਂ ਹੋਇਆ, ਜਿਵੇਂ ਸੀਪੀਸੀ ਕਹਿੰਦੇ ਕਿ ਕੁਝ ਗਲਤ ਨਹੀਂ ਹੋਇਆ, ਸਿਰਫ ਮਾਇਆ ਦੀ ਭੇਟਾ ਦੇ ਵਿੱਚ ਹੀ ਗੜਬੜੀ ਪਾਈ ਗਈ, ਤਾਂ ਫਿਰ ਜਾਂਚ ਤੋਂ ਡਰ ਕਿਉਂ ਹੈ? ਐਸਜੀਪੀਸੀ ਕਹਿੰਦੀ ਹੈ ਕਿ ਸਿੱਟ ਅੰਦਰੂਨੀ ਮਾਮਲਿਆਂ 'ਚ ਦਖਲ ਦੇ ਰਹੀ ਹੈ। 16 ਲੋਕ ਨਾਮਜ਼ਦ ਕੀਤੇ ਗਏ, ਸੀਏ गिरफ्तार हो चुके हैं। इस संगत ने जानने का हक नहीं कि लापरवाही किसने की, जवाबदेही किसदी है, क्यों संगत सामने, क्यों संगत ਨੂੰ ਸਾਰੇ ਹੀ ਜਾਣੇ ਮਿਲ ਕੇ ਬੇਵਕੂਫ ਬਣਾਉਣ ਲੱਗੇ। ਕਦੇ ਸੰਗਤ ਕਿਸ ਤੇ ਭਰੋਸਾ ਕਰੇ? ਐਸਜੀਪੀਸੀ ਤੇ ਕਰੇ ਜਾਂ ਫਿਰ ਸੈਟ ਤੇ ਕਰੇ? ਸੰਗਤ ਨੂੰ ਕਿਸ ਤੇ ਭਰੋਸਾ ਕਰਨਾ ਚਾਹੀਦਾ ਹੈ? ਕਿਉਂਕਿ ਸੰਗਤ ਵਿਚਾਰੀ ਸਿੱਧੀ ਪੱਧਰੀ ਹੈ, ਉਹਨਾਂ ਨੇ ਸਿਰਫ ਸੱਚ ਜਾਣਨਾ ਹੈ ਕਿ ਸੱਚ ਕੀ ਹੈ, ਔਰ ਸੱਚ ਹਾਲੇ ਦੂਰ ਦੂਰ ਤੱਕ ਨਿਕਲ ਕੇ ਸਾਹਮਣੇ ਆਈ। ਹੁਣ ਸਾਡੇ ਦਰਸ਼ਕਾਂ ਦੇ ਮੁਤਾਬਕ ਸੱਚ ਕੀ ਹੋ ਸਕਦਾ ਹੈ? ਸੱਟ ਮੁਲਜ਼ਮ ਨਾਮਜ਼ਦ, ਕਿਹੜਾ ਅਗਲਾ ਕਦਮ? ਇਹ ਸਵਾਲ ਹੈ। 16 ਮੁਲਜ਼ਮ ਨਾਮਜ਼ਦ, ਮਾਫ ਕਰਨਾ, 16 ਮੁਲਜ਼ਮਾਂ ਨੂੰ ਪਹਿਲਾਂ ਨਾਮਜ਼ਦ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਸਿੱਟ ਕਿਹੜੀ ਕਰਨਾ ਚਾਹੁੰਦੀ ਹੈ? ਐਸਜੀਪੀਸੀ ਕੀ ਸੋਚ ਰਹੀ ਹੈ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ, ਜਾਂ ਐਸਜੀਪੀਸੀ ਨੇ ਕਿਹੜੀ ਕਾਰਵਾਈ ਕੀਤੀ ਉਹਨਾਂ ਮੁਲਜ਼ਮਾਂ ਤੇ? ਜੇਕਰ ਸਾਡੇ ਕਿਸੇ ਦਰਸ਼ਕ ਨੂੰ ਪਤਾ ਹੋਵੇ ਤਾਂ ਸਾਡੇ ਨਾਲ ਸਾਂਝੀ ਕਰ ਸਕਦਾ, ਸਿਵਾਏ ਉਹਨਾਂ ਨੂੰ ਸਸਪੈਂਡ ਕਰਨ। ਕਿ ਸਿਰਫ ਇੰਨੀ ਕੁ ਸਜ਼ਾ ਹੀ ਕਾਫੀ ਹੁੰਦੀ ਹੈ? ਸੰਗਤ ਦੇ ਪੈਸੇ ਦੇ ਭਰੋਸੇ ਨਾਲ ਚੱਲਣ ਵਾਲੀ ਸੰਸਥਾ ਜਦੋਂ ਕਾਨੂੰਨੀ ਜਾਂਚ ਦੇ ਸਾਹਮਣੇ ਡਿੱਕਾ ਬਣਨ ਲੱਗੇ ਤਾਂ ਸਵਾਲ ਉੱਠਣੇ ਵੀ ਲਾਜ਼ਮ ਨਹੀਂ। ਸਿੱਟ ਦਾ ਕਹਿਣਾ ਹੈ ਕਿ ਸਹਿਯੋਗ ਨਹੀਂ ਮਿਲ ਰਿਹਾ, ਕਿ ਐਸਜੀਪੀਸੀ ਦਾ ਰਵੱਈਆ ਸਹੀ ਹੈ, ਇਸ ਨਾਲ ਸੰਸਥਾ ਦੇ ਅਕਸ ਤੇ ਦਾਗ ਨਹੀਂ ਲੱਗ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਇਸੇ ਨਾਲ ਐਸਜੀਪੀਸੀ ਦੇ ਅਕਸ ਤੇ ਦਾਗ ਹੈ ਜਿਹੜਾ ਉਹ ਨਹੀਂ ਲੱਗ ਰਿਹਾ? ਕੀ ਹੁਣ ਵਿਸ਼ਵਾਸ ਬਚੇਗਾ? ਇਸ ਸੰਗਤ ਨੂੰ ਕਦੇ ਇਨਸਾਫ ਮਿਲੇਗਾ? ਸੰਗਤ ਨੂੰ ਕਦੇ ਪਤਾ ਚੱਲੇਗਾ ਕਿ ਸਭ ਕਰ ਕੌਣ ਰਿਹਾ ਹੈ, ਕਿਹਦਾ ਕੀਤਾ ਧਰਿਆ ਹੈ ਸਭ ਕੁਝ, ਕੌਣ ਕੌਣ ਇਸ ਪੂਰੇ ਹੀ ਸਕੈਂਡਲ ਦੇ ਵਿੱਚ ਸ਼ਾਮਲ ਹੈ, ਕਿਸ ਤਰ੍ਹਾਂ ਦੇ ਨਾਲ ਐਸਜੀਪੀਸੀ ਕਾਰਵਾਈ ਕਰੇਗੀ? ਔਰ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਐਸਜੀਪੀਸੀ ਨੇ ਕਾਰਵਾਈ ਕੀਤੀ ਹੁੰਦੀ ਤਾਂ ਸਰਕਾਰ ਨੂੰ ਕਮੇਟੀ ਬਣਾਉਣ ਦੀ ਜ਼ਰੂਰਤ ਹੀ ਕਿਉਂ ਪੈਂਦੀ? ਐਸਜੀਪੀਸੀ ਪਹਿਲਾਂ ਹੀ ਆਪਣੇ ਪੱਧਰ ਤੇ ਸਖਤ ਕਾਰਵਾਈ ਕਰਦੀ। ਚਲੋ ਮੰਨ ਲਿਆ ਸਰਕਾਰ ਗੁਰਦੁਆਰਾ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਭਾਈ ਤੁਸੀਂ ਇਸ ਦੀ ਨੌਬਤ ਕਿਉਂ ਦਿੱਤੀ? ਤੁਸੀਂ ਪਹਿਲਾਂ ਹੀ ਮਸਲਾ ਕਿਉਂ ਨਹੀਂ ਸੁਲਝਾਇਆ? ਪਹਿਲਾਂ ਹੀ ਉਹਨਾਂ ਦੋਖੀਆਂ ਤੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ? ਸਖਤੀ ਦੇ ਨਾਲ ਕਿਉਂ ਨਹੀਂ ਨਜਿੱਠਿਆ? ਜਾਂ ਫਿਰ ਜੋ ਹੋਇਆ ਸਹੀ ਹੈ ਜੀ, ਛੱਡੋ, ਮਾਫ ਕਰੋ, ਗੱਲ ਅੱਗੇ ਗਈ, ਕਿਹੜਾ ਕਿਸੇ ਨੂੰ ਪਤਾ ਚੱਲਣਾ ਇਸ ਚੀਜ਼ ਤੇ ਰੁਕੇ ਹੋਏ? ਕੁਛ ਤੇ ਕਰਕੇ ਵਿਖਾਉਂਦੇ ਫੇਰ ਹੀ ਪਤਾ ਚੱਲ। ਫਿਰ ਅਸੀਂ ਕਹਿ ਦਿੰਦੇ ਹਾਂ ਜੀ ਸਰਕਾਰ ਕਾਰਵਾਈ ਨਹੀਂ ਕਰ ਰਹੀ। ਜੇਕਰ ਬੇਅਦਬੀ ਦੀ ਵੀ ਗੱਲ ਕਰੀਏ, ਜਦੋਂ ਸਰਕਾਰ, ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਜਦੋਂ ਅਸੀਂ ਕਾਰਵਾਈ ਕਰਦੇ ਹਾਂ ਸਾਨੂੰ ਕਰਨ ਹੀ ਨਹੀਂ ਦਿੰਦੇ, ਅਸੀਂ ਕਾਨੂੰਨ ਬਣਾਇਆ, ਸਾਨੂੰ ਕਹਿੰਦੇ ਅਸੀਂ ਕਾਨੂੰਨ ਗਲਤ ਹੋ ਗਿਆ, ਅਸੀਂ ਸਿੱਟ ਬਣਾਈਏ, ਸਿੱਟ ਨੂੰ ਸਹਿਯੋਗ ਨਹੀਂ ਦੇ ਰਹੇ। ਹੁਣ ਇਹ ਦੋਗਲਾਪਨ ਕਿਵੇਂ ਚੱਲੇ? ਦੂਜੇ ਪਾਸੇ ਜੇਕਰ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਇਹ ਪੋਸੀਬਲ ਨਹੀਂ ਹੈ, ਸਰਕਾਰ ਨੂੰ ਭੁੱਲ ਜਾਣਾ ਚਾਹੀਦਾ ਹੈ, ਕਿਉਂਕਿ ਗੁਰੂ ਘਰਾਂ ਦੀ ਸਾਂਭ ਸੰਭਾਲ ਸਿਰਫ ਐਸਜੀਪੀਸੀ ਦਾ ਜ਼ਿੰਮਾ ਹੈ, ਔਰ ਸਰਕਾਰੀ ਦਖਲਅੰਦਾਜ਼ੀ ਉਸ ਵਿੱਚ ਸੰਗਤ ਵੀ ਬਰਦਾਸ਼ਤ ਨਹੀਂ ਕਰੇਗੀ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਕਬਜ਼ਾ ਕਰ ਲਾਂਗੇ ਤਾਂ ਇਹ ਭੁੱਲ ਜਾਣਾ, ਕਿਉਂਕਿ ਜੇਕਰ ਗੁਰੂ ਘਰ ਨੂੰ ਮਹੰਤਾਂ ਤੋਂ, ਮਸੰਦਾਂ ਤੋਂ ਛੁਡਵਾਉਣ ਦੇ ਲਈ ਏਡੀ ਲੰਬੀ ਲੜਾਈ ਚੱਲੀ, ਗੁਰਦੁਆਰਾ ਸੁਧਾਰ ਲਹਿਰ ਚੱਲੀ, ਤਾਂ ਹੁਣ ਵੀ ਅਜਿਹੇ ਸਿੱਖ ਬੈਠੇ ਨੇ ਜਿਹੜੇ ਹੀ ਲੜਾਈ ਲੜ ਸਕਦੇ। ਉਹ ਸਿੱਖ ਹੀ ਚਾਹੁੰਦੇ ਨੇ ਕਿ ਅਸਲ ਮੁਲਜ਼ਮ ਸਾਹਮਣੇ ਆ, ਕਿ ਕੌਣ ਹੈ ਉਸ ਨੂੰ ਸਲਾਖਣ ਦੇ ਪਿੱਛੇ ਖੜਾਇਆ ਜਾਏ। ਤੁਹਾਡੇ ਮੁਤਾਬਕ ਅਜਿਹੇ ਮੁਲਜ਼ਮਾਂ ਨੂੰ ਕਿਹੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ? ਉਹ ਮੁਲਜ਼ਮ ਕੌਣ ਨੇ? ਉਹਨਾਂ ਤੱਕ ਪਹੁੰਚਿਆ ਕਿਵੇਂ ਜਾਵੇ ਜੇਕਰ ਅਜਿਹਾ ਹੀ ਰੌਲਾ ਪਿਆ ਰਹਿੰਦਾ ਹੈ? ਤੇ ਉਹਨਾਂ ਤੇ ਕਾਰਵਾਈ ਕਿਸ ਤਰ੍ਹਾਂ ਦੀ ਹੋਵੇ, ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਮੁਲਜ਼ਮਾਂ ਨੂੰ ਮਿਲੇ, ਇਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਸੰਗਤ ਦੀ ਜ਼ੁਬਾਨ ਹੈ ਜਿਹੜੀ ਉਹ ਸਰਵਉੱਚ ਹੁੰਦੀ ਹੈ, ਉਸਨੂੰ ਹੀ ਸਾਰੇ ਲੋਕ ਸੁਣਦੇ ਨੇ, ਤੇ ਉਸ ਤੋਂ ਬਾਅਦ ਹੀ ਕਈ ਫੈਸਲੇ ਨੇ ਜਿਹੜੇ ਉਹ ਨਿਰਧਾਰਿਤ ਕੀਤੇ ਜਾਂਦੇ ਨੇ। ਹੁਣ ਗੱਲ ਇਹ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਨੇ ਜਿਹੜੀਆਂ ਉਹ ਅੱਗੇ ਵਧਣ।
ਕਿਵੇਂ ਇਹ ਸਾਰਾ ਕੁਝ ਅੱਗੇ ਹੋਏਗਾ, ਕਿਵੇਂ ਕਾਰਵਾਈ ਹੋਵੇ। ਸਾਡਾ ਸਵਾਲ ਇਸ ਨੂੰ ਲੈ ਕੇ ਅੱਗੇ ਆ ਰਿਹਾ। ਤਾਂ ਸਾਡੇ ਦਰਸ਼ਕ ਦੱਸ ਸਕਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਨੇ ਜਿਹੜੀਆਂ ਸਹੀ ਹੋ ਸਕਦੀਆਂ, ਕਿਸ ਤਰ੍ਹਾਂ ਮੁਲਜ਼ਮ ਫੜੇ ਜਾ ਸਕਦੇ, ਕਿਸ ਤਰ੍ਹਾਂ ਦੀ ਕਾਰਵਾਈ ਹੋਵੇ। ਫਿਲਹਾਲ ਇੱਕ ਬ੍ਰੇਕ ਦੇ ਲਈ ਅਸੀਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਨੇ, ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤਾਂ ਸਾਡਾ ਸਵਾਲ ਫਿਰ ਤੋਂ ਉਹੀ ਹੈ ਕਿ ਇਸ ਸਾਰੇ ਮਸਲੇ ਦੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ, ਕਿ ਐਸਜੀਪੀਸੀ ਸਹੀ ਹੈ ਕਿ ਸਿਟ ਗਲਤ ਹੈ, ਕਿ ਸਿਟ ਸਹੀ ਹੈ ਐਸਜੀਪੀਸੀ ਗਲਤ ਹੈ। ਤੁਹਾਨੂੰ ਇਸ ਸਭ ਦੇ ਬਾਬਤ ਕੀ ਲੱਗਦਾ ਹੈ? और अगला सवाल है कि इंसाफ कदों मिलेगा इस सब पे, कि वाकया ही इस मसले ਦੇ ਕਦੇ ਸੰਗਤ ਨੂੰ ਇਨਸਾਫ ਮਿਲੇਗਾ ਜਾਂ ਫਿਰ ਨਹੀਂ। ਇਸ ਸਭ ਦੇ ਨਾਲ ਐਸਜੀਪੀਸੀ ਤੋਂ ਭਰੋਸਾ ਉੱਠ ਜਾਏਗਾ ਸੰਗਤ ਦਾ ਜਾਂ ਫਿਰ ਨਹੀਂ। ਇਸ ਸਭ ਦੇ ਨਾਲ ਐਸਜੀਪੀਸੀ ਦਾ ਅਕਸ ਖਰਾਬ ਨਹੀਂ ਹੋ ਰਿਹਾ ਜਾਂ ਫਿਰ ਵਾਕਇਆ ਹੀ ਐਸਜੀਪੀਸੀ ਦਾ ਅਕਸ ਖਰਾਬ ਹੋਗਾ। ਹੁਣ ਸਵਾਲ ਇਹ ਵੀ ਹੈ ਕਿ ਵਾਕਇਆ ਹੀ ਐਸਜੀਪੀਸੀ ਸਿਰਫ ਨੂੰ ਸਹਿਯੋਗ ਨਹੀਂ ਕਰ ਰਹੀ, ਜੇ ਨਹੀਂ ਕਰ ਰਹੀ ਤਾਂ ਕਿਉਂ ਨਹੀਂ। ਹੁਣ ਸਵਾਲ ਇਹ ਵੀ ਹੈ ਕਿ ਵਾਕਿਆ ਹੀ ਸਿਟ ਜੋ ਸਰਕਾਰ ਦੀ ਬਣਾਈ ਹੋਈ ਹੈ ਉਹ ਗੈਰ ਜ਼ਰੂਰੀ ਗੈਰ ਵਾਜਬ ਸਵਾਲ ਪੁੱਛ ਰਹੀ ਹੈ ਐਸਜੀਪੀਸੀ को, ਕਿ ਵਾਕਿਆ ਹੀ ਸਿਟ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਜਾਂ ਫਿਰ ਐਸਜੀਪੀਸੀ ਨੂੰ ਲੱਗ ਰਿਹਾ ਹੈ ਕਿ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਕਿ ਵਾਕਿਆ ਹੀ ਇਹ ਮਾਮਲਾ ਹੁਣ ਲੰਬਾ ਖਿੱਚੇਗਾ, ਕਿ ਕਦੇ ਇਨਸਾਫ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ। ਇਹ ਸਭ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ? ਸਿਟ ਹੁਣ ਕੋਰਟ ਦੇ ਵਿੱਚ ਆਪਣਾ ਪੱਖ ਰੱਖੇ, ਕੋਰਟ ਤੋਂ ਕਿਸ ਤਰ੍ਹਾਂ ਦਾ ਫੈਸਲਾ ਹੋ ਸਕਦਾ ਹੈ, ਕਿਸ ਤਰ੍ਹਾਂ ਦਾ ਵਰਡਿਕਟ ਕੋਰਟ ਦੇ ਸਕਦੀ ਹੈ, ਜਾਂ ਫਿਰ ਇਹ ਕਹਿ ਸਕਦਾ ਹੈ ਕਿ ਅਸੀਂ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ। ਇਹ ਵੀ ਸਵਾਲ ਹੈ ਜਿਹੜੇ ਹਲੇ ਸਭ ਦੇ ਦਿਮਾਗ ਦੇ ਵਿੱਚ ਬਣੇ ਹੋਏ ਨੇ। ਬੀਤੇ ਦਿਨੀ ਵੀ ਸਿਟ ਐਸਜੀਪੀਸੀ ਦੇ ਚੰਡੀਗੜ੍ਹ ਸੇ ਦਫ਼ਤਰ ਦੇ ਵਿੱਚ ਗਈ, ਪਰ ਕੋਈ ਜਾਣਕਾਰੀ ਨਹੀਂ ਜੁਟਾ ਪਾਈ। ਮੀਡੀਆ ਨੂੰ ਵੀ ਇੰਨੀ ਹੀ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਅਦਾਲਤ ਦੇ ਵਿੱਚ ਆਪਣਾ ਪੱਖ ਸਟਰੋਂਗ ਤਰੀਕੇ ਨਾਲ ਰੱਖਾਂਗੇ ਕਿ ਐਸਜੀਪੀਸੀ ਸਾਨੂੰ ਸਹਿਯੋਗ ਨਹੀਂ ਕਰ ਰਹੀ ਹੈ। ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਸਹਿਯੋਗ ਕਰ ਰਹੇ ਹਾਂ, ਸਾਡੇ ਤੋਂ ਗੈਰ ਜ਼ਰੂਰੀ ਸਵਾਲ ਪੁੱਛੇ ਜਾ ਰਹੇ ਨੇ ਜਿਹੜੇ ਇਸ ਮਸਲੇ ਨਾਲ ਸੰਬੰਧਿਤ ਨੇ, ਸਾਡੇ ਤੋਂ ਅੰਦਰੂਨੀ ਜਾਣਕਾਰੀਆਂ ਮੰਗੀਆਂ ਜਾ ਰਹੀਆਂ, ਅਸੀਂ ਉਹ ਜਾਣਕਾਰੀਆਂ ਕਿਸੇ ਨੂੰ ਵੀ ਸਾਂਝੀਆਂ ਨਹੀਂ ਕਰਾਂਗੇ। ਸਰਕਾਰ ਜਾਣਬੁੱਝ ਕੇ ਐਸਜੀਪੀਸੀ ਦੇ ਜ਼ਰੀਏ ਸਾਡੇ ਤੇ ਕਬਜ਼ਾ ਕਰਨਾ ਚਾਹਤੀ ਹੈ। ਐਸਜੀਪੀਸੀ ਨੂੰ ਸਰਕਾਰ ਹਥਿਆਉਣਾ ਚਾਹਤੀ ਹੈ ਕਿ ਤੁਹਾਨੂੰ ਵੀ ਅਜਿਹਾ ਲੱਗਿਆ। ਤੇ ਜੇਕਰ ਐਸਜੀਪੀਸੀ ਸਰਕਾਰ ਦੇ ਅੰਦਰ ਆ ਜਾਂਦੀ ਹੈ, ਗੁਰਦੁਆਰਾ ਦਾ ਪ੍ਰਬੰਧ ਸਰਕਾਰ ਦੇ ਆ ਜਾਂਦਾ ਹੈ, ਉਸ ਦੇ ਨਾਲ ਕੀ ਫਰਕ ਪੈ ਸਕਦਾ ਜਾਂ ਫਿਰ ਕੋਈ ਵੱਡਾ ਫਰਕ? ਇਹ ਸਾਡੇ ਸਵਾਲ ਨੇ। ਹੁਣ ਸੰਗਤ ਦੱਸ ਸਕਦੀ ਹੈ ਕਿ ਗੁਰੂ ਦੋਖੀਆਂ ਨੂੰ ਸਜ਼ਾ ਮਿਲਣੀ ਪੋਸੀਬਲ ਹੈ ਜਾਂ ਫਿਰ ਨਹੀਂ ਹੈ। ਇਹ ਸੰਗਤ ਦੇ ਭਰੋਸੇ ਅਤੇ ਪੈਸੇ ਤੇ ਚੱਲਣ ਵਾਲੀ ਸੰਸਥਾ ਦਾ ਅਕਸ ਨਹੀਂ ਵਿਗੜ ਰਿਹਾ। ਕੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਨਾਲੋਂ ਨਾਲ ਇਸ ਏਡੇ ਵੱਡੇ ਸਕੈਂਡਲ ਦਾ ਪਤਾ ਕੀਤਾ ਜਾਂਦਾ? ਕਈ ਸਾਲਾਂ ਤੋਂ ਸਕੈਮ ਹੋ ਰਿਹਾ ਸੀ ਔਰ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ, ਜਾਂ ਨੱਕ ਥੱਲੇ ਸਭ ਕੁਝ ਹੁੰਦਾ ਰਿਹਾ, ਕੁਝ ਪਤਾ ਹੀ ਨਹੀਂ ਚੱਲਿਆ। ਅਜਿਹੇ ਲੋਕਾਂ ਨੂੰ ਫੜ ਕੇ ਨਾਲ ਦੀ ਨਾਲ ਸਜ਼ਾ ਦੇਣੀ ਜ਼ਰੂਰੀ ਨਹੀਂ ਸੀ। ਹੁਣ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਨਸਾਫ ਹੁਣ ਸਿਆਸੀ ਖੇਡ ਬਣ ਕੇ ਰਹਿ ਗਿਆ ਹੈ? ਇਨਸਾਫ ਸਿਆਸਤ ਦੀ ਭੇਂਟ ਚੜ ਗਿਆ ਹੈ। ਅਸਲੀ ਦੋਸ਼ੀ ਕਦੋਂ ਸਾਹਮਣੇ ਆ? ਸਵਾਲ ਇਹ ਵੀ ਖੜਿਆ ਹੁੰਦਾ ਹੈ ਕਿ ਪੂਰਾ ਮਾਮਲਾ ਸਿਰਫ ਸਿਆਸੀ ਹੀ ਬਣ ਗਿਆ, ਸਿਆਸੀ ਹਿੱਤਾਂ ਲਈ ਇਸ ਨੂੰ ਪ੍ਰੇਰਿਤ ਨਹੀਂ ਦੱਸਿਆ ਜਾ ਰਿਹਾ। ਸਿਰਫ ਸਰਕਾਰੀ ਹੈ ਤੇ ਜਾਣ ਬੁੱਝ ਕੇ ਸਾਡੀ ਧਾਰਮਿਕ ਸੰਸਥਾ ਨੂੰ ਬਦਨਾਮ ਕਰ ਰਹੀ ਹੈ। ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਧਾਮੀ ਸਹੀ ਕਹਿ ਰਹੇ ਨੇ ਕਿ ਜਾਣ ਬੁੱਝ ਕੇ ਐਸਜੀਪੀਸੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਾਮੀ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਵੀ ਕਹਿ ਦਿੰਦੇ ਨੇ ਕਿ ਜੀ ਸਾਨੂੰ ਸਹਿਯੋਗ ਨਹੀਂ ਕੀਤਾ, ਨਾਲੇ ਅਸੀਂ ਸਹਿਯੋਗ ਕਰ ਰਹੇ ਹਾਂ, ਇਸ ਤੋਂ ਬਾਅਦ ਸਾਡੇ ਤੋਂ ਸਹਿਯੋਗ ਦੀ ਆਸ ਵੀ ਨਾ ਰੱਖਣਾ। ਤਾਂ ਫਿਰ ਅਜਿਹਾ ਕਿਉਂ ਹੋ ਰਿਹਾ? ਤਾਂ ਹੁਣ ਸਵਾਲ ਇਹ ਹੈ ਕਿ ਇਹ ਵੀ ਹੈ ਕਿ ਜੇਕਰ 16 ਲੋਕ ਨਾਮਜ਼ਦ ਨੇ, ਇੱਕ ਵੱਡੀ ਗ੍ਰਿਫਤਾਰੀ ਹੋਈ ਹੈ, ਤਾਂ ਕਿ ਜਾਂਚ ਵਿੱਚ ਅੱਗੇ ਵਧਣ ਦੇਣਾ ਸੰਸਥਾ ਦੀ ਜਿੱਤ ਦੇ ਵਿੱਚ ਨਹੀਂ ਹੋਵੇਗਾ? ਕਿ ਚੁੱਪ ਰਹਿਣ ਨਾਲ ਸ਼ੰਕੇ ਹੋਰ ਨਹੀਂ ਵਧਣਗੇ? ਕਿ ਜਾਂਚ 16 ਜਣੇ ਨਾਮਜ਼ਦ ਕੀਤੇ ਗਏ, ਇੱਕ ਜਣੇ ਦੀ ਗ੍ਰਿਫਤਾਰੀ, ਜੇਕਰ ਸੰਸਥਾ ਚੁੱਪ ਰਹਿੰਦੀ ਹੈ ਤਾਂ ਕਿ ਸ਼ੰਕੇ ਨਹੀਂ ਵਧਣਗੇ, ਸਿੱਖਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਹੈ ਜਿਹੜੇ ਉਹ ਨਹੀਂ ਹੋਣਗੇ, ਤਾਂ ਕਿ ਜਾਂਚ ਨੂੰ ਅੱਗੇ ਵਧਣ ਨਹੀਂ ਦੇਣਾ ਚਾਹੀਦਾ? ਜਾਂ ਫਿਰ ਸਿਟ ਸਰਕਾਰ ਦੇ ਕਹੇ ਤੇ ਚੱਲ ਰਹੀ ਹੈ ਔਰ ਕੋਈ ਵੀ ਕਾਰਵਾਈ ਕਰੇਗੀ ਪਹਿਲਾਂ ਤੋਂ ਪਲਾਨਡ ਕੀਤੀਆਂ ਹੋਈਆਂ ਚੀਜ਼ਾਂ? ਤੁਹਾਨੂੰ
ਇਸ ਸਭ ਨੂੰ ਲੈ ਕੇ ਕੀ ਰਾਏ ਦੇਣੀ ਹੈ, ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੁਣ ਕੀ ਵਾਕਈ ਐਸਜੀਪੀਸੀ ਕੁਝ ਛੁਪਾ ਰਹੀ ਹੈ, ਕੁਝ ਲੁਕੋ ਰਹੀ ਹੈ? ਜੇਕਰ ਕੁਝ ਗਲਤ ਨਹੀਂ ਕੀਤਾ ਤਾਂ ਸਵਾਲਾਂ ਦੇ ਜਵਾਬ ਦੇਣ ਤੋਂ ਐਸਜੀਪੀਸੀ ਕਿਉਂ ਭੱਜ ਰਹੀ ਹੈ? ਇਹ ਸਾਡੇ ਅੱਜ ਦੇ ਸਵਾਲ ਨੇ। ਤਾਂ ਹੁਣ ਇਹ ਬੜੀ ਸਿੱਧੀ ਜੀ ਗੱਲ ਹੈ, ਪਰ ਇਹ ਵੀ ਦੇਖਣਾ ਪਏਗਾ ਕਿ ਸਰਕਾਰੀ ਏਜੰਸੀਆਂ ਧਾਰਮਿਕ ਮਰਿਆਦਾਵਾਂ ਅਤੇ ਅੰਦਰੂਨੀ ਪ੍ਰਬੰਧਾਂ ਨੂੰ ਸਮਝਦੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਸਿੱਟ ਦੀ ਇਹ ਕਾਰਵਾਈ ਬਿਨਾਂ ਕਿਸੇ ਸਿਆਸੀ ਮਨੋਰਥ ਦੇ ਨਿਰਪੱਖ ਹੋ ਰਹੀ ਹੈ? ਕੀ ਤੁਹਾਨੂੰ ਵਾਕਈ ਲੱਗਦਾ ਹੈ ਕਿ ਸਿੱਟ ਕਿਸੇ ਸਿਆਸੀ ਦਬਾਅ ਹੇਠ ਨਹੀਂ ਹੈ, ਸਿਆਸੀ ਪ੍ਰੈਸ਼ਰ ਨਹੀਂ ਹੈ, ਬਿਨਾਂ ਕਿਸੇ ਸਿਆਸੀ ਮਨੋਰਥ ਦੇ ਨਿਰਪੱਖ ਕਾਰਵਾਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਕੀਤੀ ਜਾ ਰਹੀ ਹੈ, ਜਾਂ ਫਿਰ ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਕੋਈ ਸਿਆਸੀ ਮਫਾਦ, ਕੋਈ ਸਿਆਸੀ ਮਕਸਦ ਜ਼ਰੂਰ? ਇਸ ਸਭ ਨੂੰ ਲੈ ਕੇ ਹਰ ਇੱਕ ਦੀ ਆਪਣੀ ਆਪਣੀ ਰਾਏ ਹੈ ਜਿਹੜੀ ਹੋ ਸਕਦੀ ਹੈ। ਇਹ ਸਾਡੇ ਗੁਰੂ ਸਾਹਿਬ ਦੇ ਸਰੂਪਾਂ ਦਾ ਮਾਮਲਾ ਹੈ। ਦੋਵੇਂ ਧਿਰਾਂ ਰਾਜਨੀਤੀ ਕਰਨਾ ਬੰਦ ਕਰ ਦੇਣ ਅਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਉਣ। ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਦੇ ਵੱਲੋਂ ਜ਼ਿਆਦਾ ਕੀਤਾ ਗਿਆ ਹੈ। ਹੁਣ ਸਾਨੂੰ ਇਹ ਦੱਸਣ ਕਿ ਉਹ ਭੇਟਾ ਗਈ ਕਿੱਥੇ, ਉਹ ਭੇਟਾ ਲਾਈ ਗਈ ਕਿੱਥੇ? ਜੇਕਰ ਸਰੂਪ ਗਾਇਬ ਨਹੀਂ ਹਨ ਤਾਂ, ਜੇਕਰ ਸਰੂਪ ਗਾਇਬ ਨੇ ਤਾਂ ਕਿਵੇਂ ਹੋਏ ਜੋ ਸਿੱਟ ਕਹਿ ਰਹੇ? ਇਹ ਸਾਡੇ ਤੱਕ, ਸਾਡੇ ਦਰਸ਼ਕਾਂ ਤੱਕ, ਸਾਡੀ ਸੰਗਤ ਤੱਕ ਇਹ ਮਸਲਾ, ਇਹ ਜਾਣਕਾਰੀ, ਅਸਲ ਜਾਣਕਾਰੀ ਪਹੁੰਚਣੀ ਬਹੁਤ ਲਾਜ਼ਮੀ ਹੈ, ਕਿਉਂਕਿ ਜੇਕਰ ਅਜਿਹਾ ਹੋਇਆ ਹੈ ਤੇ ਇਹ ਬਹੁਤ ਗਲਤ ਹੋਇਆ ਹੈ। ਔਰ ਉਹਨਾਂ ਲੋਕਾਂ ਤੇ ਕਾਰਵਾਈ ਜ਼ਰੂਰ ਬਣਦੀ ਹੈ ਜਿਹੜੇ ਗਲਤ ਨੇ, ਉਹਨਾਂ ਤੇ ਕਾਰਵਾਈ ਹੋਵੇ ਵੀ ਕਿਉਂ ਨਾ। ਕਿਉਂ ਕਾਰਵਾਈ ਨਹੀਂ ਹੋਣੀ ਚਾਹੀਦੀ? ਕਿ ਵਾਕਿਆ ਹੀ ਕਾਰਵਾਈ ਦੇ ਵਿੱਚ ਅੜਿੱਕਾ ਐਸਜੀਪੀਸੀ ਡਾਲ ਰਹੀ ਹੈ, ਜਾਂ ਫਿਰ ਜਾਣਬੁੱਝ ਕੇ ਸਿੱਟ ਸਿਆਸੀ ਮੁਨਾਫਾ ਸਾਧਨ ਦੀ ਕੋਸ਼ਿਸ਼ ਕਰੇਗਾ? ਸਿਆਸੀ ਮਨੋਰਥ ਕੀ ਹੋ ਸਕਦਾ ਹੈ ਸਿੱਟ ਦਾ? ਇਹ ਸਵਾਲ ਹੈ। ਇਹ ਸਾਡੇ ਗੁਰੂ ਸਾਹਿਬਾਂ ਦਾ ਮਾਮਲਾ ਹੈ। ਦੋਵੇਂ ਧਿਰਾਂ ਰਾਜਨੀਤੀ ਬੰਦ ਕਰਨ ਅਤੇ ਦੱਸਣ ਕਿ ਪੂਰਾ ਮਸਲਾ ਹੈ ਕੀ ਆ, ਕੌਣ ਦੋਸ਼ੀ ਹੈ। ਜੇਕਰ ਭੇਟਾ ਦਾ ਵੀ ਮਾਇਆ ਦਾ ਵੀ ਰੌਲਾ ਹੈ ਤਾਂ ਮਾਇਆ ਗਈ ਕਿੱਥੇ, ਲੱਗੀ ਕਿੱਥੇ, ਉਹਨਾਂ ਤੇ ਕੀ ਕਾਰਵਾਈ ਹੋਈ, ਇਹ ਸਾਡੇ ਤੱਕ ਮੰਨੇ। ਜੇਕਰ ਸਰੂਪ ਗਾਇਬ ਨੇ ਤਾਂ ਸਾਨੂੰ ਦੱਸਿਆ ਜਾਵੇ ਕਿ ਸਰੂਪ ਸਾਹਿਬ ਕਿੱਥੇ ਨੇ, ਕਿਉਂ ਕਾਰਵਾਈਆਂ ਨਹੀਂ ਹੋਈਆਂ? ਕੀ ਤੁਹਾਡਾ ਇਹ ਦਰਦ ਅੱਜ ਹਰ ਇੱਕ ਸਿੱਖ ਹਿਰਦੇ ਦਾ ਦਰਦ ਹੈ ਕਿ ਵਾਕਿਆ ਹੀ ਲੜਾਈ ਸਿੱਟ ਬਨਾਮ ਐਸਜੀਪੀਸੀ ਦੀ ਨਹੀਂ, ਸਗੋਂ ਲੜਾਈ ਸੱਚ ਦੀ ਹੋਣੀ ਚਾਹੀਦੀ ਹੈ, ਲੜਾਈ ਸੱਚ ਬਨਾਮ ਝੂਠ ਦੀ ਹੋਣੀ ਚਾਹੀਦੀ ਹੈ? ਪਰ ਕੀ ਤੁਹਾਨੂੰ ਲੱਗਦਾ ਹੈ ਕਿ ਆਪਸੀ ਟਕਰਾਅ ਦੇ ਚੱਲਦਿਆਂ ਸੱਚ ਕਦੇ ਸਾਹਮਣੇ ਹੀ ਨਹੀਂ ਆ ਸਕੇ? ਕੀ ਤੁਹਾਨੂੰ ਲੱਗਦਾ ਹੈ ਕਿ ਸੱਚਾਈ ਇਸ ਮਾਮਲੇ ਦੀ ਕਦੇ ਵੀ ਸਾਹਮਣੇ ਨਹੀਂ ਆਵੇ, ਜਾਂ ਫਿਰ ਸੱਚਾਈ ਇਸ ਮਾਮਲੇ ਦੇ ਸਾਹਮਣੇ ਆ ਸਕਦੀ ਹੈ? ਇਹ ਸਾਡਾ ਅੱਜ ਦਾ ਸਵਾਲ ਹੈ। ਸਵਾਲ ਤਿੱਖੇ ਨੇ ਤੇ ਸੰਗਤ ਦਾ ਗੁੱਸਾ ਵੀ ਲਾਜ਼ਮੀ ਹੈ। ਸਾਡੀਆਂ ਫੋਨ ਲਾਈਨਾਂ ਖੁੱਲ ਚੁੱਕੀਆਂ ਨੇ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਅਸੀਂ ਕਿਸੇ ਵੀ ਪੱਖ ਤੇ ਸਵਾਲ ਨਹੀਂ ਚੁੱਕ ਰਹੇ, ਨਾ ਸਿੱਟ ਤੇ ਨਾ ਐਸਜੀਪੀਸੀ। ਅਸੀਂ ਸਵਾਲ ਕਰ ਰਹੇ ਹਾਂ ਕਿਉਂਕਿ ਸੰਗਤ ਸਰਵਉਪਰ ਸਰਵਉੱਚ ਜੋ ਦੱਸ ਸਕਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਹੀ ਕੌਣ ਲੱਗਦਾ ਹੈ ਤੇ ਗਲਤ ਕੌਣ ਲੱਗਦਾ ਹੈ। ਕਿਵੇਂ ਦੋਖੀਆਂ ਤੱਕ, ਕਿਵੇਂ ਦੋਸ਼ੀਆਂ ਤੱਕ ਕਾਨੂੰਨ ਨਾਲ ਹੱਥ ਪਹੁੰਚਣਗੇ ਅਤੇ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ। ਜੇਕਰ ਜਾਂਚ ਦੇ ਵਿੱਚ ਸਹਿਯੋਗ ਨਹੀਂ ਦੇਣਾ ਤੇ ਉਸ ਦੇ ਨਾਲ ਕੀ ਐਸਜੀਪੀਸੀ ਦਾ ਅਕਸ ਖਰਾਬ ਨਹੀਂ ਹੋ ਰਿਹਾ ਸੰਗਤ ਦੇ ਸਾਹਮਣੇ? ਕਿ ਐਸਜੀਪੀਸੀ ਨੂੰ ਚਾਹੀਦਾ ਨਹੀਂ ਕਿ ਉਹ ਸੱਚਾਈ ਦੱਸੇ, ਜਾਂ ਫਿਰ ਵਾਕਿਆ ਹੀ ਸਿੱਟ ਜਾਣਬੁੱਝ ਕੇ ਸਵਾਲ ਪੁੱਛ ਰਹੀ ਹੈ ਜਿਹੜੇ ਇਸ ਮਾਮਲੇ ਦੇ ਨਾਲ ਸੰਬੰਧਿਤ ਨਹੀਂ? ਜੇਕਰ ਸਿੱਟ ਉਹ ਸਵਾਲ ਪੁੱਛ ਰਹੀ ਹੈ ਤਾਂ ਸਵਾਲ ਪੁੱਛਣ ਦਾ ਮਕਸਦ ਕੀ ਰਹਿ ਜਾਂਦਾ ਹੈ? ਕੀ ਮਕਸਦ ਰਹਿ ਜਾਂਦਾ ਹੈ ਉਸ ਸਵਾਲ ਪੁੱਛਣ ਦਾ? ਇਹ ਦੱਸਿਆ ਜਾ। ਹੁਣ ਕਹਾਣੀ ਉਲਝੀ ਹੋਈ ਹੈ, ਦੋਵੇਂ ਆਪਸ ਦੇ ਵਿੱਚ ਉਲਝ ਰਹੇ ਨੇ, ਲੜ ਰਹੇ ਨੇ, ਪਰ ਅਸਲ ਕਹਾਣੀ ਕੀ ਹੈ, ਪਰਦੇ ਦੇ ਪਿੱਛੇ ਦੀ ਕਹਾਣੀ ਕੀ ਹੈ, ਇਹ ਹਾਲੇ ਕਿਸੇ ਨੂੰ ਮਿਲੇਗੀ। ਅਸਲ ਸੱਚਾਈ ਕਦੋਂ ਸਾਹਮਣੇ ਆਵੇ? ਕਿ ਅਸਲ ਸੱਚਾਈ, ਅਸਲ ਸੱਚ ਕਦੇ ਸਾਹਮਣੇ ਆਵੇਗਾ ਵੀ ਜਾਂ ਫਿਰ ਨਹੀਂ ਆਵੇ? ਕਿ ਵਾਕਿਆ ਹੀ ਇਹ ਸੱਚਾਈ ਕਦੇ ਸਾਹਮਣੇ ਆਵੇਗੀ ਜਾਂ ਫਿਰ ਨਹੀਂ ਆਵੇ? ਹੁਣ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਬਹੁਤ ਸਾਰੇ ਸਵਾਲ, ਬਹੁਤ ਸਾਰੇ ਸ਼ੰਕੇ ਖੜੇ ਹੋ ਜਾਂਦੇ। ਇਹ ਸ਼ੰਕੇ ਜਾਇਜ਼ ਨੇ ਕਿ ਐਸਜੀਪੀਸੀ ਤੇ ਭਰੋਸਾ ਕਰਿਆ ਜਾਵੇ ਜਾਂ ਫਿਰ ਸਿੱਟ ਤੇ ਭਰੋਸਾ ਨਹੀਂ ਕਰੇ? ਕਿਸ ਤੇ ਸਾਡੀ ਸੰਗਤ ਭਰੋਸਾ ਕਰਦੀ ਹੈ? ਸਰਕਾਰ ਦੀ ਬਣਾਈ ਸਿੱਟ ਤੇ
ਜਾਂ ਫਿਰ ਐਸਜੀਪੀਸੀ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੋਕ ਕਿਸ ਤੇ ਭਰੋਸਾ ਕਰਦੇ ਨੇ? ਸਭ ਤੋਂ ਵੱਡਾ ਸਵਾਲ ਹੈ ਕਿ ਵਾਕਿਆ ਹੀ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਵਿਸ਼ਵਾਸ ਕਰਦੇ ਆ ਜਾਂ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਆਪਣਾ ਭਰੋਸਾ ਜਤਾ ਕੇ। ਹੁਣ ਪੂਰਾ ਤਾਣਾ ਚ ਉਲਝਿਆ ਹੋਇਆ ਹੈ, ਉਹ ਕਿਵੇਂ ਸੁਲਝੇਗਾ ਅਤੇ ਕਿਵੇਂ ਸੱਚ ਬਾਹਰ ਆਵੇਗਾ ਕਿ ਵਾਕਿਆ ਹੀ ਇਸ ਲੜਾਈ ਦੇ ਵਿੱਚ ਕੋਈ ਸਿਆਸੀ ਮਕਸਦ ਹੈ ਕਿ ਸਿੱਟ ਦਾ ਵਾਕਿਆ ਹੀ ਕੋਈ ਸਿਆਸੀ ਮਨੋਰਥ ਹੈ ਜਾਂ ਫਿਰ ਐਸਜੀਪੀਸੀ ਜਾਣ ਬੁੱਝ ਕੇ ਮਸਲਾ ਦੱਬ ਰਹੀ ਹੈ ਔਰ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਤੋਂ ਰੋਕ ਰਹੀ ਹੈ। ਕੀ ਅਜਿਹਾ ਲੱਗਦਾ ਹੈ? ਜੇਕਰ ਅਜਿਹਾ ਹੈ ਤਾਂ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਅਜਿਹਾ ਕੀਤਾ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹ ਬੇਅਦਬੀ ਨਹੀਂ ਹੈ? ਤੇ ਜੀ ਪਾਵਨ ਸਰੂਪ ਕਿੱਥੇ ਗਏ ਕਿਸੇ ਨੂੰ ਪਤਾ ਹੀ ਨਹੀਂ ਹੈ, ਉਹਨਾਂ ਦੀ ਭੇਟਾ ਕਿੱਥੇ ਗਈ ਕਿਸੇ ਨੂੰ ਪਤਾ ਹੀ ਨਹੀਂ ਹੈ। ਕਿਸ ਨੂੰ ਬੇਅਦਬੀ ਦੇ ਖੇਮੇ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ ਜਾਂ ਫਿਰ ਬੇਅਦਬੀ ਦੇ ਖੇਮੇ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ? ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੇਖਣੀਆਂ ਪੈਣਗੀਆਂ। ਫਿਲਹਾਲ ਇੱਕ ਵਕਫੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ, ਇਹਨਾਂ ਨੰਬਰਾਂ ਤੇ ਕਾਲ ਕਰੋ ਤੇ ਆਪਣੀ ਰਾਏ ਦਿਓ। ਸਾਡੇ ਨਾਲ ਸਾਡੇ ਦਰਸ਼ਕ ਆਨਲਾਈਨ ਦੇ ਜ਼ਰੀਏ ਜੁੜ ਰਹੇ ਨੇ। ਸਿੰਘ ਅਮਰੀਕ ਜੀ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਕਰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਟੀਮ ਤੇ ਸੁਣਨ ਵਾਲਿਆਂ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅਮਰੀਕ ਸਿੰਘ ਮਿਊਜ਼ਿਕ ਯੂਨੀਵਰਸਿਟੀ ਤੋਂ ਗੱਲ ਕਰ ਰਿਹਾ ਜੀ। ਇਹ ਮਤਲਬ ਅੱਜ ਦੀ ਕੋਈ ਨਵੀਂ ਗੱਲ ਨਹੀਂ ਹੈਗੀ। ਜਿਹੜੇ 328 ਸਰੂਪ ਆ ਹੁਣ ਤਾਂ ਉਹਦੀ ਬਹੁਤ ਅੱਗੇ ਜਾ ਕੇ ਮਤਲਬ ਗੱਲ ਨਿਬੜੀ ਹੋਈ ਹੈ ਵੀ ਲੱਖਾਂ ਦੀ ਗਿਣਤੀ 'ਚ ਐਕਸਟਰਾ ਇਹਨਾਂ ਨੇ ਜਿਹੜੇ ਅੰਗ 'ਚ ਪਾ ਕੇ ਉਹ ਮਤਲਬ ਰੱਖੇ ਆ ਜਾਂ ਮਤਲਬ ਉਹਨਾਂ ਦਾ ਕੋਈ ਹਿਸਾਬਦਾਰ ਨਹੀਂ ਦਿੱਤਾ। ਦੇਖੋ ਮਤਲਬ ਅੱਜ ਇਹਨਾਂ ਨੂੰ ਕਿਉਂ ਇੰਨਾ ਮਤਲਬ ਵਿਚਾਰੇ ਬਣਨਾ ਪੈ ਰਿਹਾ? ਜੇ ਪਹਿਲਾਂ ਹੀ ਹਿਸਾਬ ਕਿਤਾਬ ਰੱਖਦੇ। ਸ਼੍ਰੋਮਣੀ ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਕਾਹਦੇ ਵਾਸਤੇ ਬਣੀ ਸੀ ਜੀ? ਗੁਰਦੁਆਰੇ ਦੇ ਪ੍ਰਬੰਧ ਰੱਖਣ ਵਾਸਤੇ ਜਾਂ ਜਿਹੜੀ ਰਹਿਤ ਮਰਿਆਦਾ ਉਹਨੂੰ ਗੁਰਦੁਆਰਿਆਂ 'ਚ ਲਾਗੂ ਕਰਨ ਵਾਸਤੇ, ਸਿੱਖਾਂ ਨੂੰ ਜੋ ਔਕੜਾਂ ਆਉਂਦੀਆਂ ਉਹਨਾਂ ਦੀ ਸੁਣਵਾਈ ਕਰਨ ਵਾਸਤੇ, ਜਿਹੜੇ ਸਕੂਲ ਚਲਾਉਣੇ ਉਹਨਾਂ ਦਾ ਪ੍ਰਬੰਧ ਰੱਖਣ ਵਾਸਤੇ। ਪਰ ਪਿਛਲੇ 35-40 ਸਾਲ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਹੋਇਆ ਤੇ ਉਹਦਾ ਇਹਨਾਂ ਦੀ ਜੁੱਤੀ ਚੱਟ ਬਣ ਕੇ ਰਹਿ ਗਈ ਜੀ। ਇਹਨੇ ਕੋਈ ਕੰਮ ਨਹੀਂ ਕਰਿਆ ਸਿੱਖੀ ਵਾਸਤੇ ਤੇ ਅੱਜ ਚੰਗੀ ਗੱਲ ਆ ਜੀ, ਸਿੱਟ ਨੂੰ ਖਿੱਚ ਰਹੀ ਆ ਤੇ ਹੁਣ ਇਹ ਪਿੱਟ ਰਹੇ ਆ ਤੇ ਇਹਨਾਂ ਦਾ ਜਿਹੜਾ ਹੇਜ ਪਿਆਰ ਸਾਰਾ ਨੰਗਾ ਹੋ ਰਿਹਾ ਕਿਉਂਕਿ ਘਪਲੇ ਬਹੁਤ ਹੋਏ ਆ ਜੀ। ਉਹ ਜਿਹੜਾ 3 ਕਰੋੜੀਆ ਲਾਇਆ ਸੀਗਾ ਸੈਕਟਰੀ, ਉਹ ਪਤਾ ਨਹੀਂ ਕੀ ਕੁਛ ਕਰ ਗਿਆ ਤੇ ਹੁਣ ਵੀ ਮਤਲਬ ਜੋ ਕੁਛ ਇਹਨਾਂ ਦਾ ਚੱਲ ਰਿਹਾ ਇਹਦਾ ਹਿਸਾਬ ਕਿਤਾਬ ਹੁਣ ਵੀ ਨਹੀਂ ਰੱਖ ਰਹੇ ਇਹ। ਤੇ ਸੰਗਤ ਨੂੰ ਅਪੀਲ ਆ ਕਿ ਜ਼ਰੂਰ ਮਤਲਬ ਜਿਹੜਾ ਕੋਈ ਵੀ ਹੈ ਭਾਵੇਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਜੀ। ਮਤਲਬ ਸਿਸਟਮ ਦੇ ਵਿੱਚ ਜੇ ਤੁਸੀਂ ਦਾਨ ਦਿੰਦੇ ਆ ਤੁਹਾਨੂੰ ਹੱਕ ਹੈਗਾ ਪੁੱਛਣ ਦਾ ਕਿੱਥੇ ਲੱਗਿਆ ਸਾਡਾ ਦਾਨ ਜੀ। ਬਿਲਕੁਲ। ਤੇ ਜਿਸ ਤਰ੍ਹਾਂ ਐਸਜੀਪੀਸੀ ਕਹਿ ਰਹੀ ਹੈ ਕਿ ਸਾਡੇ ਅੰਦਰੂਨੀ ਮਸਲਿਆਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਐਸਜੀਪੀਸੀ ਤੇ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਭ ਦੇ ਬਾਰੇ ਤੁਹਾਨੂੰ ਕੀ ਲੱਗਦਾ ਜੀ? ਕੋਈ ਕਬਜ਼ਾ ਨਹੀਂ, ਗਲਤੀ ਉਹਨਾਂ ਦੀ ਵੀ ਹੈ। ਦੇਖੋ ਉਹ ਉਹਨਾਂ ਨੂੰ ਐਵੇਂ ਮਤਲਬ ਉਂਗਲ ਫੜ ਕੇ ਬਾਂਹ ਨਹੀਂ ਫੜਨੀ ਚਾਹੀਦੀ, ਪਰ ਉਹ ਹੁਣ ਇਹਨਾਂ ਦੀ ਔਕਾਤ ਦਿਖਾ ਰਹੇ ਆ ਜੀ ਉਹ। ਕਿਉਂਕਿ ਜਦੋਂ ਇਹਨਾਂ ਨੇ ਆਪਣੇ ਰਹਿਣ ਦੇ ਸਮੇਂ ਦੇ ਵਿੱਚ ਇਹ ਸਾਰਾ ਸਿਸਟਮ ਨੂੰ ਸੁਧਾਰਿਆ ਨਹੀਂ, ਉਹ ਤੇ ਪਰਦੇ ਪਾਉਂਦੇ ਰਹੇ। ਜਦੋਂ ਕੋਈ ਅੱਗ ਲੱਗਦੀ ਆ ਜੀ ਤੁਸੀਂ ਉਹ ਤੇ ਭਾਵੇਂ ਕੱਪੜੇ ਪਾਓ ਭਾਵੇਂ ਕੁਛ ਪਾਈ ਜਾਓ, ਧੂੰਆਂ ਨਿਕਲ ਕੇ ਉਹਨੇ ਇੱਕ ਦਿਨ ਮਤਲਬ ਭਾਂਬੜ ਬਾਲਣੇ। ਹੁਣ ਭਾਂਬੜ ਬਲਿਆ ਹੋਇਆ ਇਹਨਾਂ ਨੂੰ ਸਾਂਭੀ ਨਹੀਂ ਜਾ ਰਹੀ। ਤੇ ਸਭ ਤੋਂ ਵੱਡਾ ਆਕਾ ਇਹਨਾਂ ਦਾ ਸੁਖਬੀਰ ਬਾਦਲ ਜੀ, ਉਹ ਜਿਵੇਂ ਇਹਨਾਂ ਨੂੰ ਨਿਰਦੇਸ਼ ਦਿੰਦਾ ਜੀ ਉਵੇਂ ਇਹ ਮਤਲਬ ਇਹਨਾਂ ਨੇ ਸਿੱਖੀ ਵਾਸਤੇ ਕੁਛ ਨਹੀਂ ਕਰਨਾ ਜੀ, ਹੁਣ ਵੀ ਨਹੀਂ ਕਰਨਾ। ਜਦੋਂ ਤੱਕ ਬਾਦਲਾਂ ਦਾ ਕਬਜ਼ਾ ਸਿੱਖੀ ਵਾਸਤੇ ਕੁਛ ਨਹੀਂ ਹੋਣਾ ਜੀ। ਇਹ ਧਾਮੀ ਸਾਹਿਬ ਵੀ ਆਪਣਾ ਰੋਣਾ ਰੋ ਕੇ ਚਲੇ ਜਾਣਾ ਇਸ ਤਰ੍ਹਾਂ ਇਹਨਾਂ ਨੇ। ਤੇ ਬਾਕੀ ਮੇਰੇ ਸਿੱਖਾਂ ਨੂੰ ਅਪੀਲ ਆ ਕਿ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਤਲਬ ਹੁਣ ਦੇਖੋ ਜਾਣ ਵੀ ਲਿਆ ਤੇ ਇਹਨਾਂ ਨੂੰ ਮੂੰਹ ਨਾ ਲਾਇਓ। ਧੰਨਵਾਦ ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਦੇ ਲਈ ਸਮਾਂ ਕੱਢਿਆ। ਆਪਣੀ ਬਹੁਤ ਅੱਛੀ ਬੇਸ਼ਕੀਮਤੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਇੱਕ ਨਿਰਪੱਖ ਰਾਏ ਸੀ। ਬਹੁਤ ਸ਼ੁਕਰੀਆ ਤੁਹਾਡਾ। ਤਾਂ ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਰਹੇ ਨੇ। ਸਾਡੇ ਨਾਲ ਜੋ ਹੁਣੇ ਦਰਸ਼ਕ ਜੁੜੇ ਸੀ ਉਹ ਕਹਿੰਦੇ ਨੇ ਕਿ ਦੋਵੇਂ ਹੀ ਪੂਰੀ ਤਰ੍ਹਾਂ ਸਹੀ ਨਹੀਂ ਹਨ ਤੇ ਦੋਵੇਂ ਹੀ ਪੂਰੀ ਤਰ੍ਹਾਂ ਗਲਤ ਨਹੀਂ ਹਨ। ਐਸਜੀਪੀਸੀ ਨੇ ਘਪਲੇ ਕੀਤੇ ਨੇ, ਹੁਣ ਰੌਲਾ ਪੈ ਰਿਹਾ ਹੈ ਤਾਂ ਪਤਾ ਚੱਲ ਰਿਹਾ ਹੈ। ਤੇ ਦੂਜੇ ਪਾਸੇ ਸਿੱਟ ਵੀ ਗਲਤ ਕਰ ਰਹੀ ਹੈ
ਥੋੜੇ ਦੀ ਆਜ਼ਾਦੀ ਸੀ, ਹੁਣ ਪੂਰਾ ਹੀ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ। ਇਹ ਸਵਾਲ ਉਹਨਾਂ ਨੇ ਵੀ ਖੜੇ ਕੀਤੇ ਨੇ। ਤਾਂ ਤੁਹਾਡੇ ਮੁਤਾਬਕ ਤੁਸੀਂ ਕੀ ਕਹਿਣਾ ਚਾਹੋ? ਅੱਜ ਦਾ ਮੁੱਦਾ ਸਰੂਪ ਜਾਂਚ ਤੇ ਇਤਰਾਜ਼ ਨਾਲ ਜੁੜਿਆ ਹੋਇਆ ਹੈ। 16 ਮੁਲਜ਼ਮ ਨਾਮਜ਼ਦ, ਕਿਹੜਾ ਅਗਲਾ ਕਦਮ? ਤਾਂ ਸਿੱਟ ਦਾ ਅਗਲਾ ਕਦਮ ਕਿਹੜਾ ਹੋਵੇਗਾ? ਸਿੱਟ ਦੀ ਅਗਲੀ ਪਲੈਨਿੰਗ ਕੀ ਹੈ? ਕਿ ਵਾਕਿਆ ਹੀ ਇਸ ਨੂੰ ਲੈ ਕੇ ਸਿੱਖ ਸੰਗਤ ਵਿੱਚ ਖੁਸ਼ੀ ਹੈ ਤੇ ਮੁਲਜ਼ਮ ਫੜੇ ਜਾਣਗੇ, ਜਾਂ ਫਿਰ ਸਿੱਖ ਸੰਗਤ ਐਸਜੀਪੀਸੀ ਤੇ ਭਰੋਸਾ ਕਰ ਰਹੀ ਹੈ? ਇਹ ਜਾਣ ਬੁੱਝ ਕੇ ਇਹਨਾਂ ਸੰਸਥਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਕਬਜ਼ਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਭ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਜ਼ਰੂਰ ਦਿਆ ਕਰੋ। ਜੇਕਰ ਤੁਸੀਂ ਰਾਏ ਦੋਗੇ ਤਦ ਹੀ ਪਤਾ ਚੱਲੇਗਾ ਕਿ ਸੰਗਤ ਕੀ ਸੋਚਦੀ ਹੈ, ਲੋਕ ਕੀ ਸੋਚਦੇ ਨੇ। ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਹੁਣ ਕੀ ਵਾਕਿਆ ਹੀ ਇਸ ਸਭ ਤੇ ਸਿਆਸਤ ਕੀਤੀ ਜਾ ਰਹੀ ਹੈ? ਕਿ ਕਦੇ ਸਭ ਦਾ ਇਨਸਾਫ ਮਿਲੇਗਾ ਵੀ, ਜਾਂ ਫਿਰ ਇਨਸਾਫ ਕਦੇ ਮਿਲੇਗਾ ਹੀ ਨਹੀਂ? ਇਨਸਾਫ ਇਸ ਪੂਰੇ ਮਸਲੇ ਦੇ ਵਿੱਚ ਕੀ ਦੂਰ ਦੀ ਕੌਟੀ ਹੋ ਗਿਆ ਹੈ? ਕਿ ਕਦੇ ਸੰਗਤ ਨੂੰ ਪਤਾ ਚੱਲੇਗਾ ਕਿ ਅਸਲ ਸੱਚਾਈ ਹੈ ਕੀ ਹੈ, ਜਾਂ ਫਿਰ ਸੰਗਤ ਤੱਕ ਸਿਰਫ ਝੂਠ ਹੀ ਪਹੁੰਚਾਏ ਜਾਂਦੇ ਹਨ? ਕਿ ਵਾਕਿਆ ਹੀ ਐਸਜੀਪੀਸੀ ਸਹੀ ਹੈ, ਕਿ ਵਾਕਿਆ ਹੀ ਐਸਜੀਪੀਸੀ ਗਲਤ ਹੈ? ਕਿ ਅਸਲ 'ਚ ਸਿੱਟ ਸਹੀ ਹੈ, ਕਿ ਅਸਲ 'ਚ ਸਿੱਟ ਗਲਤ ਹੈ? ਕਿ ਇਸ ਨੂੰ ਲੈ ਕੇ ਕੋਈ ਸਿਆਸਤ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਕੋਈ ਸਿਆਸਤ ਨਹੀਂ ਕੀਤੀ ਜਾ ਰਹੀ? ਇਹ ਬਿਨਾਂ ਕਿਸੇ ਮਨੋਰਥ ਕਾਰਵਾਈ ਕੀਤੀ ਜਾ ਰਹੀ ਹੈ, ਜਾਂ ਕਿਸੇ ਮਨੋਰਥ ਦੇ ਨਾਲ ਕਾਰਵਾਈ ਕੀਤੀ ਜਾ ਰਹੀ? ਇਹ ਬਹੁਤ ਸਾਰੇ ਸਵਾਲ ਨੇ। ਇਹ ਸਾਰਾ ਕੁਝ ਹੀ ਉਲਝਿਆ ਪਿਆ ਹੈ। ਇਸ ਨੂੰ ਸੁਲਝਾਉਣਾ ਬਹੁਤ ਲਾਜ਼ਮੀ ਹੈ, ਨਹੀਂ ਤਾਂ ਸਿੱਖਾਂ ਦੇ ਮਨਾਂ ਦੇ ਵਿੱਚ ਕਈ ਸ਼ੰਕੇ, ਕਈ ਸਵਾਲ ਖੜੇ ਹੋ ਜਾਣ। ਤਾਂ ਐਸਜੀਪੀਸੀ ਤੇ ਭਰੋਸਾ ਨਹੀਂ ਰਹੇਗਾ ਜੋ ਭਰੋਸਾ ਸਿੱਖ ਸੰਗਤ ਕਰਦੀ ਆ ਰਹੀ। ਭਰੋਸਾ ਰਵੇ ਵੀ ਕਿਉਂ? ਜੇਕਰ ਇੰਨੇ ਵੱਡੇ ਵੱਡੇ ਸਕੈਂਡਲ ਹੋਣਗੇ ਤਾਂ ਕਿਸ ਤਰ੍ਹਾਂ ਸਿੱਖ ਸੰਗਤ ਭਰੋਸਾ ਕਰੇਗੀ? ਕਿ ਵਾਕਿਆ ਹੀ ਸਿੱਟ ਤਾਂ ਸਹੀ ਹੈ, ਤਾਂ ਜਾਂ ਵਾਕਿਆ ਹੀ ਜਾਣ ਬੁੱਝ ਕੇ ਸਿੱਟ ਉਹ ਸਵਾਲ ਕਰ ਰਹੀ ਹੈ ਜਿਹੜੇ ਇਸ ਮਸਲੇ ਨਾਲ ਸੰਬੰਧਿਤ ਨਹੀਂ ਹੈ? ਉਹ ਸਵਾਲਾਂ ਦੇ ਜ਼ਰੀਏ, ਉਹ ਰਿਕਾਰਡਾਂ ਦੇ ਜ਼ਰੀਏ ਸਿੱਟ ਸਰਕਾਰ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ? ਕਿ ਵਾਕਿਆ ਹੀ ਅਜਿਹਾ ਹੈ? ਤਾਂ ਇੱਥੇ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਦੁਆਰਾ ਦੀ ਸਾਂਭ ਸੰਭਾਲ ਦਾ ਜ਼ਿੰਮਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਹੈ, ਨਾ ਕਿ ਸਰਕਾਰ ਦਾ ਹੈ। ਜੇਕਰ ਸਰਕਾਰ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕੀ ਵਾਕਿਆ ਹੀ ਅਜਿਹਾ ਕਰਨਾ ਪੋਸੀਬਲ ਹੋ ਸਕਦਾ ਹੈ? ਤਾਂ ਸਿੱਧੀ ਸਿੱਧੀ ਦਖਲਅੰਦਾਜ਼ੀ ਸਰਕਾਰ ਦੀ ਐਸਜੀਪੀਸੀ ਦੇ ਕੰਮਾਂ ਦੇ ਵਿੱਚ ਕਿਵੇਂ ਹੋ ਸਕਦੀ? ਇਹ ਸਵਾਲ ਐਸਜੀਪੀਸੀ ਖੜੇ ਕਰ ਰਹੀ ਹੈ। ਇਹਨਾਂ ਸਵਾਲਾਂ ਤੇ ਤੁਸੀਂ ਕੀ ਸੋਚ ਰਹੇ ਹੋ? ਤੁਹਾਡੀ ਰਾਏ ਕੀ ਹੈ? ਤੁਸੀਂ ਆਪਣੀ ਇੱਕ ਰਾਏ ਦੇ ਸਕਦੇ ਹੋ। ਇਸ ਪੂਰੇ ਮਾਮਲੇ ਦੇ ਵਿੱਚ ਸਹੀ ਗਲਤ ਕੌਣ ਹੈ, ਇਸ ਦਾ ਨਿਪਟਾਰਾ ਸੰਗਤ ਹੀ ਕਰ ਰਹੀ ਹੈ, ਕਿਉਂਕਿ ਇਹ ਤਾਣਾ ਪੂਰਾ ਉਲਝਿਆ ਪਿਆ ਹੈ। ਇਹ ਜਲਦੀ ਕੀਤਿਆਂ ਸੁਲਝਣ ਵਾਲਾ ਨਹੀਂ ਹੈ। ਜੇਕਰ ਇਸ ਤਾਣੇ ਨੂੰ ਸੁਲਝਾਉਣਾ ਹੈ ਤਾਂ ਸੰਗਤ ਨੂੰ ਆਪਣੇ ਆਪ ਫੈਸਲਾ ਲੈਣਾ ਪਏਗਾ, ਤੇ ਫੈਸਲਾ ਇੱਕ ਯੂਨੈਨਿਮਸ ਰਾਏ ਦੇ ਤੌਰ ਤੇ ਹੀ ਸਾਹਮਣੇ ਆਉਂਦਾ ਹੈ। ਤਾਂ ਸੰਗਤ ਦੀ ਯੂਨੈਨਿਮਸ ਦੀ ਰਾਏ ਕੀ ਹੈ? ਜਾਂ ਫਿਰ ਸੰਗਤ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਇਸ ਮਸਲੇ ਦੇ ਵਿੱਚ ਸੰਗਤ ਪਵੇਗੀ ਨਹੀਂ ਕਿ ਜੋ ਵਿੰਦਾ ਹੋਈ ਜਾਵੇ ਸਾਨੂੰ ਕੀ ਪਏ? ਜਾਂ ਫਿਰ ਸੰਗਤ ਵਾਕਿਆ ਹੀ ਇੱਕ ਦਿਨ ਸੰਗਤ ਦਾ ਗੁੱਸਾ ਉਬਾਲ ਮਾਰੇਗਾ ਅਤੇ ਸੰਗਤ ਖੜੀ ਹੋਏਗੀ ਔਰ ਪਤਾ ਕਰੇਗੀ ਕਿ ਅਸਲ ਦੋਸ਼ੀ ਕੌਣ ਹੈ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਓ। ਸੰਗਤ ਕਿਸ ਦਾ ਸਾਥ ਦੇਗੀ, ਸਿੱਟ ਦਾ ਜਾਂ ਫਿਰ ਐਸਜੀਪੀਸੀ ਦਾ? ਇਹ ਸਵਾਲ ਸਭ ਤੋਂ ਵੱਡਾ ਹੈ। ਹੁਣ ਐਸਜੀਪੀਸੀ ਕੁਝ ਹੋਰ ਕਹਿ ਰਹੀ ਹੈ, ਸਿੱਟ ਕੁਝ ਹੋਰ ਕਹਿ ਰਹੀ ਹੈ। ਸੰਗਤ ਕਿਸ ਤੇ ਭਰੋਸਾ ਕਰੇ? ਲੋਕ ਕਿਸ ਤੇ ਭਰੋਸਾ ਕਰਨ? ਪੰਜਾਬ ਦੀ ਜਨਤਾ ਕਿਸ ਤੇ ਭਰੋਸਾ ਕਰੇ? ਕੌਣ ਸੱਚਾ ਹੈ, ਕੌਣ ਝੂਠਾ ਹੈ, ਇਸ ਦਾ ਪਤਾ ਕਿਵੇਂ ਲਾਇਆ ਜਾਏ? ਇਹ ਬਹੁਤ ਹੀ ਗੰਭੀਰ ਮਸਲਾ ਹੈ, ਬਹੁਤ ਹੀ ਸੀਰੀਅਸ ਮੁੱਦਾ। ਤੇ ਇਸ ਦੇ ਇੱਕ ਵੀ ਲੂਪ ਹੋਲ ਹੈ ਜਿਹੜਾ ਪੂਰੇ ਮਸਲੇ ਦੀ ਰੂਪ ਰੇਖਾ ਨੂੰ ਪਲਟ ਸਕਦਾ ਹੈ। ਇੱਕ ਮਸਲਾ ਜਿਹੜਾ ਅਜਿਹਾ ਹੁੰਦਾ ਹੈ ਜਿਸ ਨੂੰ ਧਾਰਮਿਕ ਆਖਿਆ ਜਾਂਦਾ ਹੈ, ਉਸ ਦੇ ਵਿੱਚ ਦਖਲਅੰਦਾਜ਼ੀ ਗਲਤ ਹੈ। ਕਿ ਵਾਕਿਆ ਹੀ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ? ਕਿ ਵਾਕਿਆ ਹੀ ਕਬਜ਼ਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ? ਦਰਸ਼ਕ ਸਾਡੇ ਨਾਲ ਫੋਨ ਲਾਈਨ ਜ਼ਰੀਏ ਜੁੜੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਸੀ? ਹਾਂਜੀ, ਮੈਂ ਸ਼ਿਕਾਗੋ ਤੋਂ ਕਾਲ ਕਰ ਰਿਹਾ ਜੀ। ਜੀ ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹਾਂ, ਮੈਂ ਇਹ ਕਹਿਣਾ ਚਾਹੁੰਦਾ ਜੀ, ਇਹ ਜੋ ਵੀ ਹੋਇਆ, ਖਾਸ ਕਰਕੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸੀ
ਉਹ ਸੀਰੀਅਲ ਨੰਬਰ ਵਾਈਜ਼ ਉਹ ਜਿਵੇਂ ਸੰਗਤ ਨੂੰ, ਗੁਰਦੁਆਰਿਆਂ ਨੂੰ, ਦੂਜੇ ਇੰਸਟੀਟਿਊਸ਼ਨਸ ਨੂੰ ਭੇਜੇ ਗਏ। ਅਗਰ ਉਹਨਾਂ ਦੀ ਕੋਈ ਗਿਣਤੀ 'ਚ ਹੁਣ ਘਾਟਾ ਵਾਧਾ ਹੈ, ਮੇਰੇ ਖਿਆਲ 'ਚ SGPC ਨੂੰ ਇਹਦਾ ਕਲੋਜ਼ਰ ਦੇਣਾ ਚਾਹੀਦਾ ਵਿਦਿਨ ਐਟਲੀਸਟ 90 days। ਦੇ ਨੋ ਐਵਰੀਥਿੰਗ। ਅਗਰ ਉਹ ਨਹੀਂ ਵੀ ਟ੍ਰੇਸ ਹੁੰਦੇ, ਉਹਨਾਂ ਨੂੰ ਮੰਨ ਲੈਣਾ ਚਾਹੀਦਾ ਵੀ ਅਸੀਂ ਇੰਨੇ ਪੈਸਿਆਂ ਨਾਲ ਵੇਚੇ ਸੀ, ਜੇ ਉਹਨਾਂ ਦੀ ਕੋਈ ਰਸੀਦ ਨੰਬਰ ਦੂਜਾ ਹੈ, ਕਿਉਂਕਿ ਇੱਥੇ ਕਲੋਜ਼ਰ ਕਰਨਾ ਬਹੁਤ ਜ਼ਰੂਰੀ ਹੈ। ਇਹਦੇ 'ਚ SGPC ਦੀ ਵੀ ਰਾਏ ਆ ਜਾਊਗੀ, ਔਰ ਬਾਕੀ ਜਿਹੜੇ ਉਹਨਾਂ ਦੇ ਅਪੋਨੈਂਟ ਹੈ ਉਹਨਾਂ ਨੂੰ ਨਹੀਂ ਤਾਂ ਇਹ ਹਮੇਸ਼ਾ ਇੱਕ ਮੁੱਦਾ ਹੋਰ ਲੱਭਿਆ ਰਹੂਗਾ। ਸੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਸਿੱਖਾਂ ਦਾ ਧਾਰਮਿਕ ਮਸਲਾ ਸੀ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸੁਪਰੀਮ ਸਕ੍ਰਿਪਚਰ ਹੈ ਸਾਰੀ ਦੁਨੀਆ ਦਾ, ਉਹਦੇ ਤੇ ਇੰਨੀ ਇਹ ਨਜਾਇਜ਼ ਜਿਹੜੀ ਹੈ ਇਹ ਬਹਿਸ ਹੋ ਰਹੀ ਹੈ। ਸੋ ਇਹਦੇ ਵਿੱਚ ਇਹਨੂੰ ਕਲੋਜ਼ਰ ਦੇਣਾ ਤਾਂ ਹੁਣ SGPC ਦੇ ਹੱਥ 'ਚ ਹੈ। ਔਰ ਕੋਈ ਐਸੀ ਗੱਲ ਨਹੀਂ, ਕਪਲੇ ਹੋ ਜਾਂਦੇ ਹੈ, ਕਰਪਸ਼ਨ ਹੋ ਜਾਂਦੀ ਹੈ, ਉਹਨਾਂ ਨੂੰ ਰਾਈਟ ਆਫ ਕਰ ਦੋ, ਕਹੋ ਵੀ ਜਿਹੜੇ ਲੱਭਿਆ। ਕਿਉਂਕਿ ਉਹਦੇ 'ਚ ਇੱਕ ਹੋਰ ਗੱਲ ਵੀ ਹੈ, ਉਹ ਕਿਸੇ ਇੱਕ ਨੂੰ ਤੁਸੀਂ ਫਸਟ ਹੈਂਡ ਦਿੰਦੇ ਜੇ, ਉਹ ਕਈ ਵਾਰੀ ਪਰਸਨਲ ਲੋਕਾਂ ਫਿਰ ਉਹ ਸੈਕੰਡ ਹੈਂਡ ਚੇਂਜ ਹੋ ਜਾਂਦੇ ਆ। ਸੋ ਇੱਕ ਤਾਂ ਉਹ ਚੀਜ਼ ਆ, ਉਹ ਕਈ ਵਾਰੀ ਤੁਹਾਡੇ ਉਹ ਐਡਰੈਸ ਜਾਂ ਜਿਹੜੇ ਲੋਕ ਕਈ ਬਜ਼ੁਰਗ ਜਿਹੜੇ ਉਹ ਚੱਲ ਵੀ ਵਸੇ, ਉਹ ਅੱਗੋਂ ਉਹਨਾਂ ਦੀ ਜਨਰੇਸ਼ਨ 'ਚ 1 2 3 ਐਡਰੈਸ ਹੀ ਬਦਲ ਗਏ, ਲੋਕਾਂ ਨੇ ਘਰ ਹੀ ਬਦਲ ਲਏ। ਬਾਕੀ ਦੂਜੀ ਇਹ ਗੱਲ ਹੈ ਕਿ ਇਹ ਮੇਰਾ ਖਿਆਲ ਜਿਹੜਾ ਸਕੈਂਡਲ ਹੈ ਇਹ SGPC ਨੇ ਨਹੀਂ ਬਣਾਇਆ, ਇਹ ਦੂਜੇ ਪਾਸੇ ਕੋਈ ਜਿਹੜੇ ਅਪੋਨੈਂਟਸ ਹੈ, ਅਰੇ ਇਹੋ ਜਿਹੀ ਅਪੋਜੀਸ਼ਨ ਵੀ ਮਾੜੀ ਹੈ। ਦਿਸ ਇਜ਼ ਨਾਟ ਅ ਪੋਲੀਟੀਕਲ ਇਸ਼ੂ। ਕੋਈ ਤੁਸੀਂ ਨੂੰ ਕਿਸੇ ਦੀ ਕਰਪਸ਼ਨ 'ਚ ਪੜੋ, ਕੋਈ ਜਿਹੜੀ ਡਿਵੈਲਪਮੈਂਟ 'ਚ ਕਿਸੇ ਨੇ ਕੋਈ ਨਹਿਰਾਂ ਸੜਕਾਂ ਬਣਾਉਣ 'ਚ, ਇਹ ਇੱਕ ਐਸਾ ਇਹ ਮੁੱਦਾ ਉਛਾਲ ਦਿੱਤਾ ਜਿਹਦੇ ਨਾਲ ਮੇਰਾ ਖਿਆਲ ਇਹ ਹੈ ਕਿ ਇਹ ਸੈਕੰਡ ਬਲੋ ਹੈ ਇਹ ਆਫਟਰ 1984 ਸਿੱਖ ਸਾਈਕੀ ਤੇ ਲੋਕਾਂ ਦੇ ਮਨਾਂ 'ਚ, ਔਰ ਜਿਹੜੀ ਸਾਡੀ ਇੱਕ ਰਿਸਪੈਕਟ ਬਣੀ ਸੀਗੀ ਉਹਨੂੰ ਇਹ ਡਿਲੂਟ ਕੀਤਾ ਗਿਆ। ਇਹਦੇ ਵਿੱਚ ਕੀ SGPC ਦਾ ਹੱਥ ਹੈ, ਕੀ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈ, ਇਹ ਤਾਂ ਕਹਿਣਾ ਬਹੁਤ ਔਖਾ ਹੈ। ਪਰ ਵਨ ਥਿੰਗ ਇਜ਼ ਸਰਟਨ, ਇਹ ਮੇਰਾ ਨਹੀਂ ਖਿਆਲ ਬਈ ਇਹ SGPC ਜਾਂ ਸ਼੍ਰੋਮਣੀ ਦਲ ਇਨੀਸ਼ੀਏਟਡ ਹੈ। ਇਹ ਠੀਕ ਹੈ ਕਿ ਇਹਨਾਂ ਦੇ ਉਹ ਰਾਜ 'ਚ ਹੋ ਗਿਆ, ਉਹ ਰੌਲਾ ਪੈ ਗਿਆ, ਪਰ ਦਿਸ ਇਜ਼ ਸਮ ਆਰਗੇਨਾਈਜੇਸ਼ਨ ਇੰਸਟੀਟਿਊਸ਼ਨ ਜੋ ਵੀ ਇਹ ਕੋਈ ਆਊਟਸਾਈਡ ਦਾ ਕੰਮ ਲੱਗਦਾ। ਸੋ ਮੈਂ ਤਾਂ ਇੰਨਾ ਹੀ ਕਹਿਣਾ ਜੀ ਬਈ ਇਹ ਕਲੋਜ਼ਰ ਇਹਦਾ ਕਰ ਦੇਣ, ਕੋਈ ਐਸੀ ਗੱਲ ਨਹੀਂ, ਰਾਈਟ ਆਫ ਹੋ ਜਾਂਦੇ ਆ। ਗਵਰਨਮੈਂਟ ਦੇ ਲੋਕ ਕਰਪਸ਼ਨ ਲੈ ਕੇ ਭੱਜ ਜਾਂਦੇ ਆ, ਉਹ ਬਿੱਲ ਰਾਈਟ ਆਫ ਹੋ ਜਾਂਦੇ ਆ। ਕਈ ਇੱਥੇ ਇੰਗਲੈਂਡ ਲੁਕੇ ਪਏ ਆ, ਹਜ਼ਾਰਾਂ ਡਾਲਰ ਜਾਂ ਕਰੋੜਾਂ। ਜੀ ਠੀਕ ਹੈ, ਠੀਕ ਹੈ ਸਰ, ਬਹੁਤ ਸ਼ੁਕਰੀਆ। ਅਸੀਂ ਗੱਲ ਹੋਰ ਵੀ ਕਰਨਾ ਚਾਹੁੰਦੇ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਮਾਂ ਹੁਣ ਸ਼ੋਅ ਨੂੰ ਕਲੋਜ਼ ਕਰਨ ਦਾ ਹੈ। ਬਹੁਤ ਸ਼ੁਕਰੀਆ, ਤੁਸੀਂ ਬਹੁਤ ਸੋਹਣੀ ਰਾਏ ਤੁਸੀਂ ਆਪਣੀ ਦਿੱਤੀ ਹੈ ਫਿਲਹਾਲ ਅੱਜ ਦੇ ਮੁੱਦੇ ਤੇ।